ਤਾਂ ਹੀ ਤਾਂ ਅਸੀਂ ਹਮੇਸ਼ਾ ਕਹੀਦਾ ਹੈ ਕਿ ਪਹਿਲਾਂ ਪੁੱਛੋ ਮੈਂ ਜਾਣਾ ਕਿੱਥੇ ਚਾਹੁੰਦਾ ਹਾਂ, ਮੈਂ ਹਾਸਿਲ ਕੀ ਕਰਨਾ ਚਾਹੁੰਦਾ ਹਾਂ। ਬਹੁਤ ਇਨਸਾਨ ਤਾਂ ਐਸੇ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਮੰਜ਼ਿਲ ਕਿਹੜੀ ਹੈ, ਮੈਂ ਜਾਣਾ ਕਿੱਥੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪੁੱਛ ਕੇ ਦੇਖੋ ਆਪਣੇ ਆਪ ਨੂੰ, ਕੋਈ ਹੈ ਟਾਰਗੇਟ ਸੈੱਟ ਸਾਡਾ? ਤਾਂ ਕਹਿੰਦੇ ਜੇ ਲਕਸ਼ ਹੀ ਨਾ ਹੋਵੇ, ਜਿੱਦਾਂ ਕਿਹਾ ਜਾਂਦਾ ਨਾ ਕਿ ਅਰਜੁਨ ਬਹੁਤ ਬੜਾ ਤੀਰ ਅੰਦਾਜ਼ ਸੀ, ਅਰਜੁਨ ਬਹੁਤ ਬੜਾ ਤੀਰ ਅੰਦਾਜ਼ ਸੀ, ਜਿਹਨਾਂ ਪਾਣੀ 'ਚ ਦੇਖ ਕੇ ਉੱਪਰ ਮੱਛੀ ਘੁੰਮ ਰਹੀ ਸੀ। ਕਹਿੰਦਾ ਦ੍ਰੋਪਦੀ ਸਵੈੰਬਰ ਦੇ ਵੇਲੇ ਪਾਣੀ 'ਚ ਦੇਖ ਕੇ, ਜਾਂ ਕਈ ਕਹਿੰਦੇ ਪਾਣੀ ਸੀ, ਕੋਈ ਕਹਿੰਦਾ ਤੇਲ ਦੀ ਕੜਾਹੀ ਸੀ, ਪਰ ਜੋ ਵੀ ਸੀ ਉਹਨਾਂ ਤੇਲ 'ਚ ਦੇਖ ਕੇ ਜਾਂ ਪਾਣੀ 'ਚ ਦੇਖ ਕੇ ਮੱਛੀ ਦੀ ਅੱਖ ਨੂੰ ਬਿੰਨ ਦਿੱਤਾ ਸੀ, ਯਾਨੀ ਉਹ ਨਿਸ਼ਾਨਾ ਮਾਰ ਦਿੱਤਾ ਸੀ ਜਿਹੜੀ ਉੱਪਰ ਘੁੰਮ ਰਹੀ ਸੀ। ਇੱਦਾਂ ਇੱਦਾਂ ਇੰਨਾ ਤਕੜਾ ਤੀਰ ਅੰਦਾਜ਼ ਸੀ। ਪਰ ਹੁਣ ਜ਼ਰਾ ਸੋਚੋ ਕਿ ਅਰਜੁਨ ਨੇ ਤੇਲ ਦੀ ਕੜਾਹੀ ਵਿੱਚ ਦੇਖ ਕੇ ਉਹ ਮੱਛੀ ਦੀ ਅੱਖ ਦੇ ਨਿਸ਼ਾਨਾ ਲਗਾ ਦਿੱਤਾ। ਕਿਉਂ ਲਗਾਇਆ? ਕਿਉਂਕਿ ਉਹਨੂੰ ਨਜ਼ਰ ਆ ਰਹੀ ਸੀ, ਬੇਸ਼ੱਕ ਘੁੰਮ ਰਹੀ ਸੀ ਪਰ ਉਹਨੂੰ ਲਕਸ਼ ਨਜ਼ਰ ਆ ਰਿਹਾ ਸੀ। ਪਰ ਹੁਣ ਜੇ ਅਰਜੁਨ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਹਨੂੰ 2-3 ਦੇ ਚੱਕਰ ਗੋਲ ਗੋਲ ਘੁਮਾ ਕੇ ਫਿਰ ਕੋ ਲੈ ਵੀ ਤੀਰ ਅੰਦਾਜ਼ਾ ਹੁਣ ਲਾ ਆਪਣਾ ਨਿਸ਼ਾਨਾ ਲਕਸ਼ ਤੇ, ਤਾਂ ਅਰਜੁਨ ਲਾ ਦਊਗਾ? ਅਰਜੁਨ ਜਿੰਨਾ ਮਰਜੀ ਮਹਾਨ ਤੀਰ ਅੰਦਾਜ਼ ਹੈ, ਪਰ ਜਦ ਤੱਕ ਲਕਸ਼ ਨਜ਼ਰ ਹੀ ਨਹੀਂ ਆਏਗਾ ਉਦੋਂ ਤੱਕ ਉਹ ਕਦੀ ਉਹਨੂੰ ਭੇਦ, ਔਖੇ ਤੋਂ ਔਖਾ ਲਕਸ਼ ਵੀ ਭੇਦਿਆ ਜਾ ਸਕਦਾ। ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਭੇਦਣਾ ਕੀ ਹੈ ਮੈਂ, ਨਹੀਂ ਤਾਂ ਕਈ ਨੱਥੂ ਲਾਲ ਵਰਗੇ ਵੀ ਹੁੰਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਕਈ ਨੱਥੂ ਲਾਲ ਵਰਗੇ ਵੀ ਹੁੰਦੇ ਆ। ਕਹਿੰਦੇ ਨੱਥੂ ਲਾਲ ਨੂੰ ਵੀ ਤੀਰ ਚਲਾਉਣ ਦਾ ਸ਼ੌਕ ਬਣਿਆ, ਤਾਂ ਉਹਨੇ ਵੀ ਤੀਰ ਚਲਾਉਣਾ ਸਿੱਖਣ ਵਾਸਤੇ ਨਾ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ। ਜੰਗਲ 'ਚ ਚਲਾ ਜਾਂਦਾ ਔਰ ਪ੍ਰੈਕਟਿਸ ਕਰਦਾ। ਇੱਕ ਦਿਨ ਨੂੰ ਜੰਗਲ 'ਚ ਹੀ ਇੱਕ ਤੀਰ ਅੰਦਾਜ਼ ਲੰਘਿਆ। ਉਹ ਤੀਰ ਅੰਦਾਜ਼ ਨੇ ਜਦੋਂ ਦੇਖਿਆ ਕਿ ਜਿੰਨੇ ਤੀਰ ਲੱਗੇ ਆ ਸਾਰੇ ਨਿਸ਼ਾਨੇ ਤੇ ਲੱਗੇ ਹੋਏ ਆ, ਇੱਕ ਵੀ ਤੀਰ ਇਦਾਂ ਦਾ ਨਹੀਂ ਹੈ ਜਿਹੜਾ ਨਿਸ਼ਾਨੇ ਤੋਂ ਬਾਹਰ ਹੋਵੇ। ਉਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਸੋਚਦਾ ਸੀ ਮੈਂ ਹੀ ਨਿਸ਼ਾਨੇਬਾਜ਼ ਆ, ਇੱਥੇ ਇਦਾਂ ਦਾ ਕਿਹੜਾ ਨਿਸ਼ਾਨੇਬਾਜ਼ ਹੈ ਜਿਹਦਾ ਨਿਸ਼ਾਨਾ ਇੰਨਾ ਪੱਕਾ। ਪੁੱਛਿਆ ਭਾਈ ਇਹ ਤੀਰ ਕਿਹਨੇ ਚਲਾਏ ਹੈ? ਉਹ ਕਹਿੰਦੇ ਨੱਥੂ ਲਾਲ ਰਹਿੰਦਾ ਇੱਥੇ, ਇਹ ਤੀਰ ਉਹਨਾਂ ਚਲਾਏ ਹੈ। ਕਹਿੰਦੇ ਉਹ ਤੀਰ ਅੰਦਾਜ਼ ਜਿਹਨੂੰ ਤੀਰਾਂ ਦਾ ਬੜਾ ਗਿਆਨ ਸੀ ਪਹੁੰਚ ਗਿਆ ਨੱਥੂ ਲਾਲ ਦੇ ਕੋਲ, ਦੇਖਿਆ ਧਨੁਸ਼ ਬਾਣ ਪਿਆ ਹੈ ਤਾਂ ਨੱਥੂ ਲਾਲ ਬੈਠਾ ਹੋਇਆ ਹੈ। ਇਹ ਤੀਰ ਅੰਦਾਜ਼ ਨੇ ਹੱਥ ਜੋੜੇ ਕਿ ਤੁਹਾਡੇ ਵਰਗਾ ਮਹਾਨ ਧਨੁਸ਼ਧਾਰੀ ਮੈਂ ਨਹੀਂ ਦੇਖਿਆ ਅਜੇ ਤੱਕ, ਤੀਰ ਚਲਾਣਾ ਮੈਂ ਵੀ ਜਾਣਦਾ ਹਾਂ, ਨਿਸ਼ਾਨੇਬਾਜ਼ ਮੈਂ ਵੀ ਹੈ, ਪਰ ਮਾਰੇ ਤੁਹਾਡੀ ਤਾਂ ਕਲਾ ਹੀ ਬੜੀ ਹੈ। ਮੈਂ ਜਿੱਥੋਂ ਦੀ ਗੁਜ਼ਰ ਕੇ ਆਇਆ ਜਿੰਨੇ ਪੇੜਾਂ ਤੇ ਤੀਰ ਲੱਗੇ ਆ ਸਾਰੇ ਨਿਸ਼ਾਨੇ ਤੇ ਲੱਗੇ ਆ, ਇੱਕ ਵੀ ਦਾएं ਬਾएं ਨਹੀਂ ਹੈ। ਕਮਾਲ ਦੀ ਗੱਲ, ਇੰਨਾ ਪੱਕਾ ਨਿਸ਼ਾਨਾ। ਸੋ ਮੇਰੀ ਇੱਛਾ ਹੈ ਇੱਕ ਵਾਰ ਤੁਸੀਂ ਆਪਣਾ ਨਾ ਇਹ ਹੁਨਰ ਮੈਨੂੰ ਦਿਖਾਓ। ਨੱਥੂ ਲਾਲ ਕਹਿੰਦਾ ਚੱਲ ਦਿਖਾ ਦਿੰਦੇ ਆ। ਫਿਰ ਕਹਿੰਦੇ ਨੱਥੂ ਲਾਲ ਨੇ ਤੀਰ ਚੱਕਿਆ, ਨਾਲ ਕਮਾਨ ਚੱਕੇ, ਤੀਰ ਚੱਕੇ ਔਰ ਇੱਕ ਪੇੜ ਦੇ ਕੋਲ ਪਹੁੰਚ ਗਿਆ। ਤਾਂ ਉਹ ਜਿਹੜਾ ਨਿਸ਼ਾਨੇਬਾਜ਼ ਸੀ ਉਹਨਾਂ ਕਿਹਾ ਮਾਰੇ ਇਹ ਦੱਸੋ ਤੁਹਾਡਾ ਨਿਸ਼ਾਨਾ ਇੰਨਾ ਪੱਕਾ ਕਿੱਦਾਂ ਹੈ ਕਿ ਕੋਈ ਵੀ ਤੀਰ ਨਿਸ਼ਾਨੇ ਤੋਂ ਬਾਹਰ ਨਹੀਂ ਹੈ? ਨੱਥੂ ਲਾਲ ਕਹਿੰਦਾ ਲੈ ਇਹ ਵੀ ਕਲਾ ਹੈ, ਹੁਣੇ ਦੱਸ ਦਿੰਦੇ ਆ, ਹੁਣੇ ਦੱਸ ਦਿੰਦੇ ਆ। ਕਹਿ ਕੇ ਨੱਥੂ ਲਾਲ ਨੇ ਇੱਕ ਤੀਰ ਮਾਰਿਆ, ਤੀਰ ਛੱਡਿਆ ਸਾਹਮਣੇ ਪੇੜ ਤੇ, ਪਰ ਪੇੜ ਤੇ ਲੱਗਾ ਨਹੀਂ, ਸਾਈਡ ਤੋਂ ਨਿਕਲ ਗਿਆ। ਉਹ ਕਹਿੰਦਾ ਮਾਰੇ ਚੂਕ ਗਏ। ਉਹ ਕਹਿੰਦਾ ਠਹਿਰ ਤਾਂ ਸੀ, ਠਹਿਰ। ਉਹ ਕਹਿੰਦਾ ਤੁਹਾਡੇ ਇੰਨੇ ਪੱਕੇ ਨਿਸ਼ਾਨੇ, ਜਿੱਥੇ ਵੀ ਗੋਲ ਚੱਕਰ ਹੈ ਸਾਰੇ ਵਿੱਚ ਨਿਸ਼ਾਨੇ ਲੱਗੇ ਹੋਏ ਆ, ਜਿੰਨੇ ਵੀ ਗੋਲ ਚੱਕਰ ਬਣੇ ਹੋਏ ਆ, ਆਹ ਕਿੱਦਾਂ ਚੂਕ ਗਏ? ਉਹ ਨੱਥੂ ਲਾਲ ਕਹਿੰਦਾ ਠਹਿਰ ਤਾਂ ਸਹੀ। ਉਹਨੇ ਫਿਰ ਦੂਜਾ ਨਿਸ਼ਾਨਾ ਮਾਰਿਆ, ਤੀਰ ਜਾ ਕੇ ਪੇੜ 'ਚ ਲੱਗਾ। ਨੱਥੂ ਲਾਲ ਦੌੜ ਕੇ ਗਿਆ, ਜੇਬ 'ਚੋਂ ਚੌਕ ਕੱਢਿਆ, ਉਹਦੇ ਆਲੇ ਦੁਆਲੇ ਨਿਸ਼ਾਨਾ ਲਾਤਾ। ਕਹਿੰਦਾ ਇਦਾਂ ਹੀ ਹੁੰਦਾ ਆ, ਪਹਿਲਾਂ ਮੈਂ ਤੀਰ ਮਾਰਦਾ ਲੱਗ ਜਾਵੇ, ਉਹਦੇ ਆਲੇ ਦੁਆਲੇ ਗੋਲ ਕੇ ਝਾਰਾ ਬਣਾ ਦਿੰਦਾ ਤਾਂ ਕਿ ਕੋਈ ਤੀਰ ਬਾਹਰ ਲੱਗੇ ਹੀ ਨਾ ਕਿਸੇ ਨੂੰ। ਉਹਨੇ ਮੱਥੇ ਹੱਥ ਮਾਰਿਆ ਕਿ ਮੈਂ ਸੋਚਦਾ ਰਿਹਾ ਬੜਾ ਨਿਸ਼ਾਨੇਬਾਜ਼ ਹੈ, ਇਹ ਤਾਂ ਬੰਦਾ ਹੀ ਇਦਾਂ ਦਾ ਕਿ ਪਹਿਲਾਂ ਤੀਰ ਮਾਰਦਾ ਹੈ ਉੱਤੇ ਨਿਸ਼ਾਨ ਬਾਅਦ ਚੋਂ ਲਾਉਂਦਾ ਹੈ, ਤਾਂ ਮੈਂ ਵੀ ਸੋਚਦਾ ਰਿਹਾ ਪੱਕਾ ਨਿਸ਼ਾਨੇਬਾਜ਼। ਹੁਣ ਜ਼ਰਾ ਸਮਝਣਾ, ਹੁਣ ਜਿਹੜੇ ਇਦਾਂ ਦੇ ਨਿਸ਼ਾਨੇਬਾਜ਼ ਹੁੰਦੇ ਆ ਠੀਕ ਹੈ ਜ਼ਿੰਦਗੀ ਜੀਣ ਵਾਸਤੇ ਤਾਂ ਠੀਕ, ਪਰ ਜੇ ਜੀਵਨ 'ਚ ਕਾਮਯਾਬ ਹੋਣਾ ਤਾਂ ਉੱਥੇ ਇਦਾਂ ਨਹੀਂ ਹੋ ਸਕਦਾ ਕਿ ਪਹਿਲਾਂ ਇੱਥੇ ਪਹੁੰਚ ਜਾਵਾਂ ਤਾਂ ਬਾਅਦ ਚੋਂ ਕਹਾਂ ਆਹੀ ਮੇਰਾ ਟਾਰਗੇਟ ਸੀ। ਨਹੀਂ, ਇਦਾਂ ਕਾਮਯਾਬੀ ਨਹੀਂ ਮਿਲਦੀ। ਬੋਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਜਿਸਨੇ ਵੀ ਨਾ, ਜੇ ਫਰਜ਼ ਕਰੋ ਕਿਸੇ ਨੇ ਮਾਊਂਟ ਐਵਰੈਸਟ ਪਹਿਲੀ ਵਾਰ ਬੰਦਾ ਪਹੁੰਚਿਆ ਤਾਂ ਉਹ ਐਵੇਂ ਨਹੀਂ ਪਹੁੰਚ ਗਿਆ ਕਿ ਮੈਂ ਸੈਰ ਕਰਦਾ ਕਰਦਾ ਘੁੰਮਦਾ ਘੁੰਮਦਾ ਹੀ ਇੱਥੇ ਉੱਦਾਂ ਹੀ ਪਹੁੰਚ ਗਿਆ। ਨਹੀਂ, ਉਹਨੂੰ ਪਤਾ ਸੀ ਮੈਂ ਇਸ ਚੜ੍ਹਾਈ ਤੇ ਜਾਣਾ ਹੈ, ਰਸਤੇ 'ਚ ਮੁਸ਼ਕਿਲਾਂ ਆਣੀਆਂ, ਹਰ ਮੁਸ਼ਕਿਲ ਦੀ ਪਹਿਲਾਂ ਉਹਨੇ ਤਿਆਰੀ ਕੀਤੀ, ਟਾਰਗੇਟ ਰੱਖਿਆ, ਤਾਂ ਜਦ ਤੱਕ ਉਹ ਮਿਲ ਨਹੀਂ ਗਿਆ ਉਦੋਂ ਤੱਕ ਉਹਨੇ ਹਾਰ ਨਹੀਂ ਮੰਨੀ। ਇਦਾਂ ਹੀ ਆਪਣੇ ਜੀਵਨ 'ਚ ਵੀ ਸਾਨੂੰ ਇੱਕ ਲਕਸ਼ ਬਣਾਉਣਾ ਪੈਂਦਾ ਹੈ ਔਰ ਫਿਰ ਵਿਸ਼ਵਾਸ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ ਕਿ ਮੈਂ ਇਸ ਨੂੰ ਹਾਸਿਲ ਕਰ ਸਕਦਾ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਥੋੜਾ ਜਿਹਾ ਆਪਣੇ ਜੀਵਨ ਦੇ ਬਾਰੇ ਸੋਚੀਏ ਕਿ ਪ੍ਰਮਾਤਮਾ ਨੇ, ਪ੍ਰਭੂ ਨੇ ਖੁਸ਼ੀਆਂ ਸਾਨੂੰ ਬਹੁਤ ਦਿੱਤੀਆਂ, ਪਰ ਪਹੁੰਚਾਂਗੇ ਤਾਂ ਫੇਰ ਹੀ ਅਸੀਂ ਉਹ ਮੰਜ਼ਿਲ ਤੱਕ, ਜਿੱਦਾਂ ਫਕੀਰਾਂ ਨੇ ਕਿਹਾ ਕਿ ਰਸਤਾ ਚਾਹੇ ਸਹੀ ਹੋਵੇ, ਦਿਸ਼ਾ ਵੀ ਸਹੀ ਹੋਵੇ, ਪਰ ਤੁਰਨਾ ਵੀ ਜ਼ਰੂਰੀ ਹੈ। ਹੁਣ ਜਿੱਦਾਂ ਬੰਦੇ ਨੂੰ ਪਤਾ ਹੈ ਕਿ ਸਿਮਰਨ ਕਰਨਾ ਅੱਛਾ ਹੈ, ਮੈਡੀਟੇਸ਼ਨ ਕਰਨਾ ਅੱਛਾ ਹੈ, ਪਰ ਜੇ ਬੰਦਾ ਕਰੇ ਹੀ ਨਾ
ਤਾਂ ਫਿਰ ਜੋ ਉਹਦੇ ਅੰਦਰ ਅੱਛਾ ਹੈ ਉਹਦਾ ਫਲ ਉਹਨੂੰ ਕਦੀ ਮਿਲ ਹੀ ਨਹੀਂ ਸਕਦਾ। ਜਿੱਦਾਂ ਇਹਨੂੰ ਇਦਾਂ ਸਮਝ ਲਓ ਕਿ ਬੰਦੇ ਨੂੰ ਪਤਾ ਹੈ ਕਿ ਫਰੂਟ ਖਾਣਾ ਅੱਛਾ ਹੈ, ਪਰ ਹੁਣ ਬੰਦਾ ਫਰੂਟ ਖਾਵੇ ਹੀ ਨਾ। ਫਰੂਟ ਤਾਂ ਹੈ ਪਰ ਖਾਣ ਦਾ ਟਾਈਮ ਨਹੀਂ ਹੈ। ਜਿਵੇਂ ਖਾਣਾ ਹੀ ਨਹੀਂ ਹੈ ਤਾਂ ਹੁਣ ਫਰੂਟ ਅੰਦਰ ਜਿੰਨੇ ਮਰਜ਼ੀ ਗੁਣ ਹੈ, ਜਿੰਨੇ ਮਰਜ਼ੀ ਵਿਟਾਮਿਨ ਹੈ, ਉਹ ਪਏ ਤਾਂ ਸਾਨੂੰ ਹਾਸਿਲ ਨਹੀਂ ਹੋਣੇ, ਸਾਨੂੰ ਖਾਣੇ ਤਾਂ ਪੈਣੇ ਹੀ ਹੈ। ਯਾਨੀ ਕੋਈ ਵੀ ਕਰਮ ਹੈ ਸਾਨੂੰ ਕਰਕੇ ਹੀ ਉਹਦਾ ਪੂਰਾ ਫਲ ਮਿਲਦਾ ਹੈ। ਇਸ ਲਈ ਹੁਣ ਇੱਥੇ ਆ ਜਾਈਏ ਕਿ ਜ਼ਿੰਦਗੀ ਇੱਕ ਸੜਕ ਦੀ ਤਰ੍ਹਾਂ ਹੈ ਕਿ ਤੁਹਾਨੂੰ ਦੁਨੀਆ 'ਚ ਕਿਤੇ ਵੀ ਲੈ ਕੇ ਜਾ ਸਕਦੀ ਹੈ। ਬਸ ਹੋਣਾ ਕੀ ਚਾਹੀਦਾ ਹੈ, ਤੁਹਾਡੀ ਮਾਨਸਿਕ ਦਿਸ਼ਾ ਸਹੀ ਹੋਣੀ ਚਾਹੀਦੀ ਹੈ। ਮਾਨਸਿਕ ਦਿਸ਼ਾ ਦਾ ਮਤਲਬ ਕੀ ਹੈ? ਮਾਨਸਿਕ ਸੋਚ ਸਹੀ ਹੋਣੀ ਚਾਹੀਦੀ ਹੈ, ਔਰ ਇਹ ਸੋਚ ਦੇ ਅੰਦਰ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਕਿ ਕਦੀ ਵੀ ਅਗਰ ਸਾਡੀ ਮਾਨਸਿਕ ਦਿਸ਼ਾ ਹੀ ਗਲਤ ਹੈ, ਜਾਂ ਮਾਨਸਿਕ ਦਿਸ਼ਾ ਹੀ ਨਿਰਾਸ਼ਾ ਵਾਲੀ ਹੈ, ਜਾਂ ਮਾਨਸਿਕ ਦਿਸ਼ਾ ਹੀ ਹਾਰਨ ਵਾਲੀ ਹੈ, ਤਾਂ ਫਿਰ ਕਦੀ ਵੀ ਅਸੀਂ ਜਿੱਤ ਨਹੀਂ ਸਕਦੇ, ਫਿਰ ਕਦੀ ਵੀ ਅਸੀਂ ਜੀਵਨ 'ਚ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਜਿੱਦਾਂ ਹੁਣ ਕਈ ਵਾਰ ਦੱਸੀਦਾ ਨਾ ਕਿ ਇਨਸਾਨ ਬਿਮਾਰ ਹੈ, ਹੁਣ ਉਹਦੀ ਮਾਨਸਿਕ ਦਿਸ਼ਾ ਅਗਰ ਇਹ ਹੈ ਕਿ ਮੈਂ ਬਿਮਾਰੀ ਤੋਂ ਕਦੀ ਠੀਕ ਨਹੀਂ ਹੋ ਸਕਦਾ, ਇਹਦਾ ਮਤਲਬ ਇਹ ਸਾਡੀ ਮਾਨਸਿਕ ਦਿਸ਼ਾ ਗਲਤ ਪਾਸੇ ਲੈ ਕੇ ਜਾ ਰਹੀ ਹੈ। ਤਾਂ ਜੇ ਬੰਦਾ ਸੋਚਦਾ ਹੈ ਪਰੇਸ਼ਾਨੀ ਕੋਈ ਵੀ ਹੈ, ਬਿਮਾਰੀ ਵੀ ਕੋਈ ਵੀ ਹੈ, ਮੈਨੂੰ ਵਿਸ਼ਵਾਸ ਹੈ ਮੈਂ ਠੀਕ ਹੋ ਸਕਦਾ ਹਾਂ, ਤੇ ਇਹਦਾ ਮਤਲਬ ਅਸੀਂ ਆਪਣੀ ਮਾਨਸਿਕ ਦਿਸ਼ਾ ਦਾ ਸਹੀ ਉਪਯੋਗ ਕਰ ਰਹੇ ਹਾਂ। ਸੋ ਇਸੇ ਲਈ ਅਸੀਂ ਕਹੀਦਾ ਹੈ ਕਿ ਜੇ ਪ੍ਰਮਾਤਮਾ ਨੇ ਸਾਨੂੰ ਇਹ ਮਨ ਦਿੱਤਾ ਹੈ ਨਾ, ਤੇ ਅਸੀਂ ਮਨ ਨੂੰ ਨੈਗੇਟਿਵਿਟੀ ਵਾਲੇ ਪਾਸੇ ਨਹੀਂ ਲਾਣਾ। ਜਿੱਦਾਂ ਅਸੀਂ ਇੱਕ ਸਤਸੰਗ 'ਚ ਦੱਸਿਆ ਸੀ ਕਿ ਪ੍ਰਮਾਤਮਾ ਨੇ ਮਨ ਸਾਨੂੰ ਚਿੰਤਾ ਕਰਨ ਵਾਸਤੇ ਨਹੀਂ, ਚਿੰਤਨ ਕਰਨ ਵਾਸਤੇ ਦਿੱਤਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕੀ ਕਰਨ ਵਾਸਤੇ? ਚਿੰਤਨ ਕਰਨ ਵਾਸਤੇ। ਚਿੰਤਾ ਕੀ ਹੁੰਦੀ ਹੈ? ਅਗਰ ਇਦਾਂ ਹੋ ਗਿਆ, ਅਗਰ ਉਦਾਂ ਹੋ ਗਿਆ, ਆਹ ਮੇਰੇ ਨਾਲ ਕਿਉਂ ਹੋ ਰਿਹਾ ਹੈ, ਕਾਹਤੇ ਹੋ ਰਿਹਾ ਹੈ, ਇਹ ਚਿੰਤਾ ਹੈ। ਤਾਂ ਚਿੰਤਨ ਕੀ ਹੁੰਦਾ ਹੈ? ਅਗਰ ਇਹ ਪਰੇਸ਼ਾਨੀ ਆਈ ਹੈ ਤਾਂ ਹਰ ਪਰੇਸ਼ਾਨੀ ਦਾ ਹੱਲ ਹੋ ਸਕਦਾ ਹੈ, ਫਿਕਰ ਕਰਨ ਦੀ ਕੀ ਲੋੜ ਹੈ? ਬੋਲੋ ਸਮਝਦੇ ਹੋ ਕਿ ਨਹੀਂ? ਜਿਸ ਤਰ੍ਹਾਂ ਇੱਕ ਜੀਵ ਹੁਣੇ ਆਏ, ਉਹਨਾਂ ਨੇ ਬੇਨਤੀ ਕੀਤੀ ਕਿ ਮਾਲਕੋ ਬੇਟਾ ਨਸ਼ੇ ਕਰਦਾ ਹੈ, ਕੰਮ ਤੇ ਵੀ ਨਹੀਂ ਜਾਂਦਾ, ਉਹਦੀ ਸ਼ਾਦੀ ਨਹੀਂ ਹੁੰਦੀ, ਔਰ ਮੈਂ ਉਹਨੂੰ ਕਹਿੰਦੀ ਨਸ਼ਾ ਛੱਡ ਦੇ, ਕੰਮ ਤੇ ਜਾਇਆ ਕਰ। ਉਹ ਕਹਿੰਦਾ ਪਹਿਲਾਂ ਮੇਰੀ ਸ਼ਾਦੀ ਹੋਏਗੀ ਫਿਰ ਨਸ਼ਾ ਛੱਡੂ, ਪਹਿਲਾਂ ਮੇਰੀ ਸ਼ਾਦੀ ਹੋਏਗੀ ਫਿਰ ਕੰਮ ਤੇ ਜਾਊਂ। ਤਾਂ ਹੁਣ ਤੁਹਾਨੂੰ ਕੀ ਲੱਗਦਾ ਸਹੀ ਗੱਲ ਹੈ ਕਿ ਕੁੜੀ ਵਾਲਿਆਂ ਨੂੰ ਕੁੜੀ ਇਸ ਲਈ ਦੇਣੀ ਹੈ ਕਿ ਮੁੰਡਾ ਨਸ਼ਾ ਕਰਦਾ ਹੈ, ਕੰਮ ਤੇ ਨਹੀਂ ਜਾਂਦਾ, ਪਹਿਲਾਂ ਤਾਂ ਵਿਆਹ ਕਰ ਦੋ ਫਿਰ ਕੰਮ ਤੇ ਜਾਏਗਾ, ਫਿਰ ਇਹ ਨਸ਼ਾ ਛੱਡ ਦੇਗਾ, ਕਿ ਇਹ ਦੇਖ ਕੇ ਮੁੰਡੇ ਵਾਲਿਆਂ ਨੂੰ ਕੁੜੀ ਦੇਣੀ ਹੈ? ਹੁਣ ਕਿੱਦਾਂ ਦੀ ਸੋਚ ਇਨਸਾਨ ਲੈ ਕੇ ਬੈਠਾ ਕਿ ਨਸ਼ਾ ਬਾਅਦ ਚੋਂ ਛੱਡਣਾ, ਪਹਿਲਾਂ ਮੇਰੀ ਸ਼ਾਦੀ ਹੋਵੇ। ਇਹ ਕਿਉਂ ਨਹੀਂ ਬੰਦਾ ਸੋਚਦਾ ਕਿ ਪਹਿਲਾਂ ਮੈਨੂੰ ਨਸ਼ਾ ਛੱਡਣਾ ਪਏਗਾ, ਕੰਮ ਤੇ ਲੱਗੂਗਾ? ਕਿਉਂਕਿ ਜਦ ਵੀ ਕਿਸੇ ਨੇ ਆਪਣੀ ਧੀ ਭੈਣ ਦਾ ਹੱਥ ਮੇਰੇ ਹੱਥ 'ਚ ਦੇਣਾ, ਇਹ ਦੇਖਣਾ ਹੈ ਕਿ ਮੁੰਡਾ ਨਸ਼ਾ ਤਾਂ ਨਹੀਂ ਕਰਦਾ, ਜਾਂ ਮੁੰਡਾ ਕੰਮ ਤੇ ਜਾਂਦਾ ਜਾਂ ਨਹੀਂ, ਆਪਣੇ ਪੈਰਾਂ ਤੇ ਖੜਾ ਹੈ ਜਾਂ ਨਹੀਂ। ਹੁਣ ਜਿਹੜਾ ਚਿੰਤਨ ਕਰਨ ਵਾਲਾ ਬੰਦਾ ਹੈ ਨਾ, ਉਹ ਕਹੇਗਾ ਕਿ ਭਾਈ ਮੇਰੇ ਅੰਦਰ ਇੱਕ ਕਮੀ ਹੈ, ਪਹਿਲਾਂ ਹੀ ਕਮੀ ਦੂਰ ਕਰਾਂ ਫਿਰ ਮੈਨੂੰ ਇਹ ਚੀਜ਼ ਮਿਲੇਗੀ। ਤਾਂ ਜਿਹੜਾ ਕਹਿੰਦੇ ਨਾ ਸਮਝ ਇਨਸਾਨ ਹੈ, ਉਹ ਕਹਿੰਦਾ ਪਹਿਲਾਂ ਚੀਜ਼ ਮਿਲੇ ਫਿਰ ਸੁਧਾਰ ਕਰ ਲਵਾਂਗੇ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਇਦਾਂ ਦਾ ਕਦੀ ਹੁਣ ਇੱਕ ਬਾਪ ਕਵੇ ਬੇਟੇ ਨੂੰ, ਜਾਂ ਬੇਟਾ ਕਵੇ ਬਾਪ ਨੂੰ ਕਿ ਡੈਡੀ ਮੈਨੂੰ ਗੱਡੀ ਦੀ ਚਾਬੀ ਦੇ, ਤਾਂ ਬਾਪ ਕਹੇਗਾ ਪਹਿਲਾਂ ਬੇਟਾ ਗੱਡੀ ਚਲਾਣੀ ਸਿੱਖ ਲੈ, ਕੀਮਤੀ ਗੱਡੀ ਹੈ। ਨਹੀਂ ਪਾਪਾ ਪਹਿਲਾਂ ਗੱਡੀ ਦੇ, ਪਹਿਲਾਂ 1-2 ਵਾਰ ਮਾਰੂੰਗਾ ਕਿਤੇ ਫਿਰ ਆਪੇ ਚਲਾਣੀ ਆ ਜਾਏਗੀ। ਤਾਂ ਬਾਪ ਦੇ ਬਹੁਤ ਘੱਟ ਸਾਰੇ ਚਾਬੀ ਦੇਣ ਦੇ। ਸਮਝਦੇ ਹੋ ਕਿ ਨਹੀਂ? ਹੁਣ ਇਹ ਸਮਝਦਾਰ ਇਨਸਾਨ ਕੀ ਹੋਏਗਾ ਕਿ ਉਹਨੂੰ ਇਹ ਸਮਝ ਹੋਏਗੀ ਕਿ ਭਾਈ ਇਹ ਨਸ਼ਾ ਜਾਂ ਇਹ ਮੇਰਾ ਕੰਮ ਤੇ ਨਾ ਜਾਣ ਦੀ ਆਦਤ ਕਰ ਗਈ ਤਾਂ ਮੇਰਾ ਇਹ ਕੰਮ ਨਹੀਂ ਹੋ ਰਿਹਾ। ਸਮਝਦਾਰ ਇਨਸਾਨ ਇਹ ਚਿੰਤਨ ਕਰਦਾ ਹੈ ਕਿ ਅਗਰ ਇਹ ਚੀਜ਼ ਮੈਨੂੰ ਨਹੀਂ ਮਿਲ ਰਹੀ ਤੇ ਇਹਦਾ ਮਤਲਬ ਮੇਰੇ ਅੰਦਰ ਕੋਈ ਨਾ ਕੋਈ ਕਮੀ ਹੈ, ਇਹ ਕਮੀ ਨੂੰ ਦੂਰ ਕਰਾਂ। ਹੁਣ ਇੱਥੇ ਤੁਹਾਨੂੰ ਇੱਕ ਗੱਲ ਕਵਾਂਗੇ ਅਸੀਂ ਕਿ ਅਗਰ ਜਿੱਦਾਂ ਅਸੀਂ ਹਮੇਸ਼ਾ ਦੱਸੀਦਾ ਕਿ ਰੱਬ ਦੇ ਘਰ 'ਚ ਕੋਈ ਕਮੀ ਨਹੀਂ ਹੈ, ਉਹਦੇ ਘਰ 'ਚ ਰਹਿਮਤਾਂ, ਬਰਕਤਾਂ, ਬਖਸ਼ਿਸ਼ਾਂ, ਖੁਸ਼ੀਆਂ ਦੇ ਭੰਡਾਰ ਹੈ, ਪਰ ਅਗਰ ਉਹ ਖੁਸ਼ੀਆਂ ਸਾਡੇ ਤੱਕ ਨਹੀਂ ਪਹੁੰਚ ਰਹੀਆਂ, ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਬਲੌਕੇਜ ਦਾ ਮਤਲਬ ਸਮਝਦੇ ਹੋ ਨਾ, ਕਿਤੇ ਰੁਕਾਵਟ ਖੜੀ ਕੀਤੀ ਹੋਈ ਹੈ ਕਿ ਮੈਨੂੰ ਸ਼ੰਕਾ ਹੈ ਜਾਂ ਮੇਰੇ ਅੰਦਰ ਵਿਸ਼ਵਾਸ ਹੈ। ਜੇ ਸ਼ੰਕਾ ਹੈ ਤਾਂ ਸ਼ੰਕਾ ਉਹ ਕੰਕਰ ਹੈ, ਉਹ ਪੱਥਰ ਹੈ ਜਿਹੜੀ ਪ੍ਰਭੂ ਦੀ ਕਿਰਪਾ ਦੇ ਜਲ ਨੂੰ ਸਾਡੇ ਤੱਕ ਆਣ ਨਹੀਂ ਦਿੰਦਾ। ਇਸ ਲਈ ਇਹ ਸ਼ੰਕਾ ਦੇ ਪੱਥਰ ਹਟਾ ਕੇ ਅਸੀਂ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ ਕਿ ਮੈਨੂੰ ਯਕੀਨ ਹੈ ਮੇਰੇ ਤੇ ਮਾਲਿਕ ਦੀ ਕਿਰਪਾ, ਉਹਦੀ ਰਹਿਮਤ ਹੋਏਗੀ। ਤਾਂ ਹੀ ਤਾਂ ਕਦੀ ਜੀਵਨ 'ਚ ਕੋਈ ਪ੍ਰੋਬਲਮ ਆਵੇ ਨਾ, ਮਨ ਪਰੇਸ਼ਾਨ ਹੋਵੇ, ਕਿਤੇ ਦਰਦ ਹੋਵੇ, ਤਾਂ ਸ਼ਾਂਤ ਹੋ ਕੇ ਬਹਿ ਜਾਓ, ਬਿਲਕੁਲ ਰਿਲੈਕਸ ਹੋ ਕੇ। ਰਿਲੈਕਸ ਹੋਣ ਦਾ ਮਤਲਬ ਸਮਝਦੇ ਹੋ ਨਾ ਕਿ ਜੇ ਕੁਰਸੀ ਤੇ ਬੈਠਣਾ ਤਾਂ ਬਿਲਕੁਲ ਦੋਨੇ ਪੈਰ ਥੱਲੇ ਲਾ ਕੇ ਆਰਾਮ ਨਾਲ ਗਹਿਰੇ ਸਵਾਸ ਲਓ, ਬਿਲਕੁਲ ਰਿਲੈਕਸ ਹੋ ਕੇ ਸੋਚੋ ਉਹ ਪ੍ਰਭੂ ਦੀ ਕਿਰਪਾ ਮੇਰੇ ਤੇ ਹੋ ਰਹੀ ਹੈ, ਉਹ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਰਹੀਆਂ। ਰਿਲੈਕਸ ਹੁੰਦਿਆਂ ਹੀ ਆਪਣੀ ਸੋਚ ਨੂੰ ਆਪਣੇ ਮਾਲਿਕ ਨਾਲ ਜੋੜਦਿਆਂ ਹੀ
ਉਹਦੀ ਤਰਫੋਂ ਉਹ ਰਹਿਮਤ ਦਾ ਕਨੈਕਸ਼ਨ ਐਸਾ ਸਾਡੇ ਨਾਲ ਜੁੜਦਾ ਕਿ ਸਾਡੇ ਜੀਵਨ 'ਚ ਇੱਕ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹ ਚੀਜ਼ਾਂ ਅਜ਼ਮਾਈਆਂ ਹੋਈਆਂ ਹੈ, ਸਮਝਣਾ ਜ਼ਰਾ ਸਾਰਿਆਂ ਨੇ, ਕਿਉਂਕਿ ਅਸੀਂ ਆਪਣਾ ਦੱਸਦੇ ਹਾਂ ਕਿ ਕਦੀ ਰਾਤ ਦੇ ਪ੍ਰੋਗਰਾਮ ਹੁੰਦੇ, ਜਦੋਂ ਹੁਣ ਪ੍ਰਭਾਤ ਫੇਰੀਆਂ ਆ ਗਈਆਂ, ਤੜਕੇ 4 ਵਜੇ ਉੱਠਣਾ, ਫਿਰ ਰਾਤ ਨੂੰ 12 1 ਵਜੇ ਤੱਕ ਬੈਠੇ ਰਹਿਣਾ। ਕਦੀ ਉਹ 10-12 ਦਿਨ ਇੱਦਾਂ ਦੇ ਹੁੰਦੇ ਜਿੱਥੇ ਰਾਤ ਨੂੰ ਤਕਰੀਬਨ 1 ਘੰਟਾ 2 ਘੰਟੇ ਹੀ ਸੌਣ ਦਾ ਟਾਈਮ ਲੱਗਦਾ ਹੈ। ਤਾਂ ਜੇ ਕਦੀ ਸਿਰ ਦਰਦ ਹੋਣੀ ਤਾਂ ਅਸੀਂ ਕਦੀ ਗੋਲੀ ਨਹੀਂ ਖਾਂਦੇ ਸਿਰ ਦਰਦ ਦੀ, ਬਸ ਆਰਾਮ ਨਾਲ ਬਹਿ ਜਾਣਾ ਔਰ ਆਪਣੇ ਆਪ ਨੂੰ ਉਹਦੇ ਸੰਪਰਕ 'ਚ ਲਿਆਉਣਾ, ਰਿਲੈਕਸ ਹੋ ਕੇ, ਰਹਿਮਤ ਹੋ ਗਈ, ਸਾਰੇ ਦੁੱਖ ਦੂਰ ਹੋ ਗਏ ਔਰ 15 ਮਿੰਟਾਂ ਬਾਅਦ ਹੀ ਸਿਰ ਦਰਦ ਖਤਮ। ਸਮਝਦੇ ਹੋ ਕਿ ਨਹੀਂ? ਕਿਉਂਕਿ ਅਜਮਾਈਆਂ ਹੋਈਆਂ ਚੀਜ਼ਾਂ ਹੈ, ਇਹ ਅਜਮਾਈਆਂ ਹੋਈਆਂ ਚੀਜ਼ਾਂ ਹੈ। ਔਰ ਅਸੀਂ ਕਈ ਵਾਰ ਦੱਸੀਦਾ ਹੈ ਕਿ ਇਨਸਾਨ ਦੇ ਅੰਦਰ ਹੀ ਉਹ ਸ਼ਕਤੀ ਬੈਠੀ ਹੈ ਜਿਹੜੀ ਉਹਨੂੰ ਹਰ ਮੁਸ਼ਕਿਲ ਚੋਂ ਕੱਢ ਸਕਦੀ ਹੈ, ਬਸ ਉਹਦੇ ਨਾਲ ਜੁੜਨ ਦੀ ਕਲਾ ਸਾਨੂੰ ਆਉਣੀ ਚਾਹੀਦੀ ਹੈ। ਔਰ ਜਦੋਂ ਅਸੀਂ ਟੈਨਸ਼ਨ 'ਚ ਹੁੰਦੇ ਹਾਂ, ਜਿੰਨੀ ਜ਼ਿਆਦਾ ਚਿੰਤਾ ਕਰਦੇ ਹਾਂ, ਉਹ ਟੈਨਸ਼ਨ ਸਾਨੂੰ ਪਰਮਾਤਮਾ ਦੇ ਸੰਪਰਕ ਤੋਂ ਦੂਰ ਕਰ ਦਿੰਦੀ ਹੈ, ਯਾਨੀ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ ਔਰ ਅਸੀਂ ਆਪਣੇ ਰੱਬ ਦੀ ਰਹਿਮਤ ਤੋਂ ਦੂਰ ਹੋ ਜਾਂਦੇ ਹਾਂ। ਤਾਂ ਹੀ ਤਾਂ ਕਿਹਾ ਜਾਂਦਾ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਅੰਦਰ ਟੈਨਸ਼ਨ ਹੀ ਲਓ। ਮੈਡੀਟੇਸ਼ਨ ਦਾ ਮਤਲਬ ਰਿਲੈਕਸ ਹੋ ਜਾਓ, ਬਿਲਕੁਲ ਸਰੀਰ ਨੂੰ ਢਿੱਲਾ ਛੱਡ ਕੇ ਆਰਾਮ ਨਾਲ ਬਹਿ ਜਾਓ ਔਰ ਫਿਰ ਫੀਲ ਕਰੋ ਉਹਦੀ ਰਹਿਮਤ। ਕਿਉਂਕਿ ਇੱਕ ਗੱਲ ਦਾ ਇੱਥੇ ਧਿਆਨ ਦੇਣਾ, ਇਹ ਸਾਡਾ ਜਿਹੜਾ ਮਸਤਕ ਹੈ ਨਾ, ਇੱਥੇ ਸਹਿਸਤਰਾਰ ਚੱਕਰ ਕਿਹਾ ਗਿਆ ਹੈ। ਕਦੀ ਪੜ੍ਹ ਕੇ ਦੇਖਣਾ ਰਿਸ਼ੀਆਂ ਮੁਨੀਆਂ ਯੋਗੀਆਂ ਨੇ ਕੀ ਦੱਸਿਆ ਹੈ ਕਿ ਸਾਡੀ ਬੋਡੀ 7 ਚੱਕਰ ਹੈ ਔਰ ਸਭ ਤੋਂ ਉੱਪਰ ਇਹਨੂੰ ਕਰਾਊਨ ਚੱਕਰਾ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਕਰਾਊਨ ਚੱਕਰਾ, ਸਹਿਸਤਰਾਰ ਚੱਕਰ। ਔਰ ਇਹਨੂੰ ਬ੍ਰਹਮਰੰਦਰ ਵੀ ਕਿਹਾ ਜਾਂਦਾ ਹੈ। ਬ੍ਰਹਮਰੰਦਰ ਦਾ ਮਤਲਬ ਹੁੰਦਾ ਬ੍ਰਹਮ ਦੀ ਕਿਰਪਾ ਨੂੰ ਪਾਉਣ ਵਾਲਾ ਦੁਆਰ। ਬ੍ਰਹਮਰੰਦਰ ਦਾ ਮਤਲਬ ਹੈ ਪ੍ਰਭੂ ਦੀ ਕਿਰਪਾ ਨੂੰ ਪਾਉਣ ਵਾਲਾ ਦੁਆਰ। ਜਿੱਦਾਂ ਤੁਸੀਂ ਦੇਖਦੇ ਨਾ ਪਹਿਲੇ ਸਮੇਂ 'ਚ ਘਰਾਂ ਦੇ ਉੱਪਰ ਡਿਸ਼ ਲੱਗਦੇ ਸੀ, ਅੱਜ ਕੱਲ੍ਹ ਵੀ ਤੁਸੀਂ ਦੇਖਦੇ ਹੋ ਕਿ ਕਈਆਂ ਜਗ੍ਹਾ ਤੇ ਜਿੱਥੇ ਕੇਬਲ ਦੀ ਤਾਰ ਨਹੀਂ ਜਾਂਦੀ, ਡਿਸ਼ ਲੱਗੇ ਹੁੰਦੇ ਆ, ਚਾਹੇ ਉਹ ਡਿਸ਼ ਟੀਵੀ ਹੋਵੇ, ਟਾਟਾ ਸਕਾਈ ਹੋਵੇ, ਚਾਹੇ ਏਅਰਟੈਲ ਦਾ ਹੋਵੇ, ਲੱਗੇ ਹੁੰਦੇ ਕਿ ਨਹੀਂ? ਉਹ ਡਿਸ਼ ਇੱਦਾਂ ਹੁੰਦਾ, ਉੱਤੇ ਇੱਕ ਸਿਗਨਲ ਹੁੰਦਾ ਹੈ, ਗੱਬੇ ਇੱਕ ਡੱਬੀ ਜਿਹੀ ਹੁੰਦੀ ਜਿਹੜੀ ਸਿਗਨਲ ਨੂੰ ਪਕੜ ਕੇ ਤੁਹਾਡੇ ਟੀਵੀ ਤੱਕ ਲੈ ਕੇ ਆਉਂਦੀ ਹੈ। ਹੁਣ ਸਮਝ ਲਓ ਪ੍ਰਮਾਤਮਾ ਨੇ ਜਿਹੜਾ ਤੁਹਾਡਾ ਇਹ ਮਸਤਕ ਦਿੱਤਾ ਹੈ ਨਾ, ਇਹ ਡਿਸ਼ ਵਾਲਾ ਹੀ ਕੰਮ ਕਰਦਾ ਕਿ ਜਿਹਦੇ ਅੰਦਰ ਉਹ ਯੰਤਰ ਫਿੱਟ ਹੈ ਜਿਹੜਾ ਪ੍ਰਭੂ ਦੇ ਕਨੈਕਸ਼ਨ ਨੂੰ, ਪ੍ਰਭੂ ਦੀ ਰਹਿਮਤ ਨੂੰ ਤੁਹਾਡੇ ਇਹ ਜੀਵਨ 'ਚ ਲੈ ਕੇ ਆਉਂਦਾ ਹੈ। ਤਾਂ ਹੀ ਤਾਂ ਰਿਸ਼ੀ ਮੁਨੀ ਜਾਂ ਅੱਜ ਸਾਇੰਸ ਵੀ ਇਹ ਚੀਜ਼ ਮੰਨਦੀ ਹੈ ਕਿ ਤੜਕੇ ਦਾ ਟਾਈਮ ਹੁੰਦਾ ਨਾ, ਤੜਕੇ ਦੇ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਤਾਂ ਵਿਗਿਆਨ ਕਹਿੰਦਾ ਕਾਸਮਿਕ એનર્ਜੀ ਔਰ ਅਸੀਂ ਕਹਿੰਦੇ ਬ੍ਰਹਮ ਸ਼ਕਤੀ, ਪਰਮਾਤਮਾ ਦੀ ਸ਼ਕਤੀ। ਉਹ ਕਹਿੰਦੇ ਅੰਮ੍ਰਿਤ ਵੇਲੇ ਕਾਸਮਿਕ એનર્ਜੀ ਸਭ ਤੋਂ ਜ਼ਿਆਦਾ ਮਾਤਰਾ 'ਚ ਆਉਂਦੀ ਹੈ। ਤਾਂ ਜਦੋਂ ਅਸੀਂ ਸਿੱਧੇ ਹੋ ਕੇ ਬਹਿ ਜਾਂਦੇ ਹਾਂ, ਸਿੱਧੇ ਹੋ ਕੇ ਜਿੱਦਾਂ ਇਸ ਲਈ ਬੈਠੇ ਹੋ ਤੁਸੀਂ, ਸਿੱਧੇ ਹੋ ਕੇ ਬਹਿੰਦੇ ਹਾਂ, ਇਹ ਸਾਡੀ ਖੋਪੜੀ ਯਾਨੀ ਸਾਡਾ ਸਿਰ ਉੱਪਰ ਨੂੰ ਹੁੰਦਾ ਹੈ। ਤਾਂ ਸਭ ਤੋਂ ਜ਼ਿਆਦਾ ਉਸ ਵੇਲੇ ਅਸੀਂ એનર્ਜੀ ਨੂੰ ਕੈਚ ਕਰਦੇ ਹਾਂ। ਪਰ ਉਸ ਵੇਲੇ ਕੈਚ ਹੁੰਦੀ ਹੈ ਜਦੋਂ ਸਾਡਾ ਮਸਤਕ ਸ਼ਾਂਤ ਹੁੰਦਾ। ਸ਼ਾਂਤ ਹੋਣ ਦਾ ਮਤਲਬ ਕੋਈ ਟੈਨਸ਼ਨ ਨਹੀਂ, ਬਸ ਉਸ ਵੇਲੇ ਕੋਈ ਇੱਕ ਮੰਤਰ ਜੋ ਗੁਰੂ ਮੰਤਰ ਕਿਹਾ ਜਾਂਦਾ ਹੈ, ਜਿਹਨੂੰ ਸ਼ਬਦ ਕਿਹਾ ਜਾਂਦਾ, ਸਿਮਰਨ ਕਿਹਾ ਜਾਂਦਾ, ਜਾਂ ਬਿਲਕੁਲ ਰਿਲੈਕਸ ਹੋ ਕੇ ਇਨਸਾਨ ਬਹਿ ਜਾਵੇ। ਔਰ ਦੱਸਿਆ ਗਿਆ ਹੈ, ਜਿਹਨੂੰ ਕਿ ਰਿਸਰਚ ਨੇ ਵੀ ਸਾਬਿਤ ਕੀਤਾ ਹੈ ਕਿ ਅਗਰ 40 ਤੋਂ 45 ਮਿੰਟ ਉਸ ਵੇਲੇ ਇਨਸਾਨ ਬਹਿ ਲੈਂਦਾ ਹੈ ਤਾਂ ਉਹਦੀ 6 ਘੰਟੇ ਦੀ ਨੀਂਦ ਦੇ ਸਮਾਨ ਉਹਨੂੰ એનર્ਜੀ ਆਰਾਮ ਨਾਲ ਮਿਲ ਜਾਂਦੀ ਹੈ। ਬ੍ਰਹਮਰੰਦਰ, ਕਿਉਂਕਿ ਉਸ એનર્ਜੀ ਨੂੰ ਖਿੱਚਦਾ ਆਪਣੀ ਤਰਫ। ਪਰ ਹੁਣ ਜ਼ਰਾ ਸੋਚਣ ਵਾਲੀ ਗੱਲ ਹੈ, ਜਦੋਂ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਹੈ, એનર્ਜੀ ਨੂੰ ਕੈਚ ਕਰਨ ਦਾ ਟਾਈਮ ਹੁੰਦਾ, ਉਸ ਵੇਲੇ ਬੰਦਾ ਸੁੱਤਾ ਹੁੰਦਾ ਹੈ। ਸੁੱਤਾ ਹੋਣਾ ਯਾਨੀ ਸਿਰ ਉਹਦਾ ਐ ਨੂੰ ਹੁੰਦਾ ਤੇ ਲੱਤਾਂ ਐ ਨੂੰ, ਉਦਾਹਰਨ ਦੇ ਰਹੇ ਹਾਂ ਅਸੀਂ, ਉਹ ਉਹਦੀ ਕਨੈਕਸ਼ਨ 'ਚ ਨਹੀਂ ਆ ਪਾਉਂਦਾ। ਇਸ ਲਈ ਗੁਰੂ ਰਹਿਬਰ ਕਹਿੰਦੇ ਹੈ ਕਿ ਅੰਮ੍ਰਿਤ ਵੇਲਾ ਜਾਗਣ ਦਾ ਵੇਲਾ ਹੈ, ਸਿਮਰਨ ਕਰਨ ਦਾ ਵੇਲਾ ਹੈ, ਪ੍ਰਮਾਤਮਾ ਦੀ ਬੰਦਗੀ ਕਰਨ ਦਾ ਵੇਲਾ ਹੈ। ਇਸ ਲਈ ਤੁਸੀਂ ਵੀ ਜੀਵਨ ਦਾ ਨਿਯਮ ਬਣਾਓ, ਕਿਉਂਕਿ ਪ੍ਰਮਾਤਮਾ ਦੀ ਰਹਿਮਤ ਤਾਂ ਸਾਡੇ ਅੰਦਰ ਹੈ, ਪਰ ਕਨੈਕਸ਼ਨ ਤਾਂ ਸਾਨੂੰ ਹੀ ਜੋੜਨਾ ਪਏਗਾ ਕਿ ਨਹੀਂ? ਹੁਣ ਜੇ ਆਪਾਂ ਕੋਈ ਟੀਵੀ ਵੀ ਦੇਖਣਾ, ਕੋਈ ਚੈਨਲ ਦੇਖਣਾ, ਚੈਨਲ ਤਾਂ ਉੱਧਰੋਂ ਚੱਲ ਰਿਹਾ, ਟੀਵੀ ਤਾਂ ਸਾਨੂੰ ਹੀ ਔਨ ਕਰਨਾ ਪੈਣਾ ਨਾ, ਤਾਂ ਹੀ ਉਹ ਚੈਨਲ ਦੇ ਉੱਪਰ ਆਉਣ ਵਾਲਾ ਜੋ ਵੀ ਸੀਰੀਅਲ ਹੈ, ਜੋ ਵੀ ਨਾਟਕ ਹੈ ਦੇਖ ਪਾਵਾਂਗੇ ਅਸੀਂ। ਤਾਂ ਜੇ ਟੀਵੀ ਆਪਣਾ ਬੰਦ ਰੱਖਾਂਗੇ, ਉਹ ਬੇਸ਼ੱਕ ਚਲੀ ਜਾਵੇ, ਸਾਨੂੰ ਫਾਇਦਾ। ਇਸੇ ਤਰ੍ਹਾਂ ਪ੍ਰਮਾਤਮਾ ਦੀ ਰਹਿਮਤ ਵੀ ਹਰ ਵੇਲੇ ਵਰਸ ਰਹੀ ਹੈ, ਪਰ ਥੋੜਾ ਸਾਨੂੰ ਆਪਣਾ ਇਹ ਟਾਵਰ, ਇਹ ਜਿਹੜਾ ਡਿਸ਼ ਹੈ ਨਾ ਆਪਣੇ ਮਾਈਂਡ ਦਾ, ਇਹਦੀ ਦਿਸ਼ਾ ਨੂੰ ਸਹੀ ਕਰਨਾ ਪਏਗਾ ਤਾਂ ਕਿ ਪ੍ਰਭੂ ਦੀ એનર્ਜੀ ਨੂੰ, ਉਹ ਫ੍ਰੀਕੁਐਂਸੀ ਨੂੰ ਕੈਚ ਕਰ ਸਕੇ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਬਿਲਕੁਲ ਟੈਨਸ਼ਨ ਫਰੀ ਹੋ ਕੇ। ਤਾਂ ਹੀ ਕਹਿੰਦੇ ਬੈਠੋ, ਸੋਚੋ, ਸ਼ਾਂਤ ਹੋ ਕੇ ਸਵੇਰ ਦੇ ਸਮੇਂ ਕਿ ਮੇਰੇ ਤੇ ਮਾਲਿਕ ਦੀ ਕਿਰਪਾ ਹੋ ਰਹੀ ਹੈ, ਮੇਰੇ ਸਾਰੇ ਦੁੱਖ ਦੂਰ, ਮੇਰੀ ਝੋਲੀ ਖੁਸ਼ੀਆਂ ਨਾਲ, ਮੇਰੇ ਪਰਿਵਾਰ 'ਚ ਖੁਸ਼ੀਆਂ ਹੀ ਖੁਸ਼ੀਆਂ। ਇਹ ਫੀਲ ਕਰਨਾ ਉਸ ਵੇਲੇ, ਕਿਉਂਕਿ એનર્ਜੀ ਨੂੰ ਤੁਹਾਡਾ ਜਿੱਦਾਂ ਦੱਸਿਆ ਬ੍ਰਹਮਰੰਦਰ, ਇਹ ਕਰਾਊਨ ਚੱਕਰਾ ਖਿੱਚਦਾ ਆਪਣੀ ਤਰਫ। ਔਰ ਜਿੱਦਾਂ ਦੀ ਸੋਚ ਨਾਲ એનર્ਜੀ ਤੁਹਾਡੀ ਤਰਫ ਆਏਗੀ, ਤੁਹਾਡੇ ਚਾਰੋਂ ਤਰਫ ਵੈਸਾ ਹੀ ਵਾਤਾਵਰਨ ਬਣਦਾ ਚਲਾ ਜਾਏਗਾ। ਸੋ ਅੱਜ ਤੋਂ ਇਹਦਾ ਸਹੀ ਉਪਯੋਗ ਕਰਨਾ ਹੈ। ਤੁਹਾਨੂੰ ਦੇਖੋ ਕੁਝ ਵਿਧੀਆਂ ਦੱਸੀਆਂ ਅਸੀਂ,
ਉਪਯੋਗ ਕਰੂੰਗੇ ਕਿ ਨਹੀਂ? ਹੁਣ ਆ ਜਾਈਏ ਸੰਤ ਪਲਟੂ ਦਾਸ ਦੇ ਸ਼ਬਦ ਨੂੰ ਪੂਰਾ ਕਰੀਏ, ਫਿਰ ਸਤਸੰਗ ਦੀ ਸਮਾਪਤੀ ਕਰੀਏ ਕਿ ਸੋਈ ਹੈ ਦਰਵੇਸ਼ ਰੂਹ ਕੀ ਕਰੇ ਸਫਾਈ। ਔਰ ਆਖਰਲੀ ਲਾਈਨ 'ਚ ਸੰਤ ਪਲਟੂ ਕਹਿੰਦੇ ਆ, ਸੋਈ ਹੈ ਦਰਵੇਸ਼ ਜੋ ਰੂਹ ਕੀ ਕਰੇ ਸਫਾਈ, ਦਿਲ ਅੰਦਰ ਦਿਲਦਾਰ ਖੁਦਾ ਕਾ ਦਰਸ਼ਨ ਪਾਈ। ਕਹਿੰਦੇ ਅਸਲੀ ਦਰਵੇਸ਼ ਉਹੀ ਹੈ ਜੋ ਸਾਡੇ ਅੰਦਰ ਦੀ ਸਫਾਈ ਕਰਕੇ ਸਾਨੂੰ ਅੰਦਰ ਹੀ ਜੋੜਦਾ ਹੈ ਕਿ ਤੇਰੇ ਅੰਦਰ ਹੀ ਤੇਰਾ ਦਿਲਦਾਰ ਬੈਠਾ ਹੈ। ਚਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਉਹ ਦਰਵੇਸ਼ ਨਹੀਂ ਹੈ ਜੋ ਸਾਨੂੰ ਬਾਹਰ ਤੋੜ ਦੇਵੇ, ਜੋ ਸਾਨੂੰ ਬਾਹਰ ਦੀਆਂ ਦੌੜਾਂ 'ਚ ਪਾ ਦੇਵੇ ਕਿ ਲੈ ਵੀ ਖੁਦਾ ਨੂੰ ਪਾਣਾ ਤਾਂ ਤੈਨੂੰ ਉਹ ਕੈਲਾਸ਼ ਜਾਣਾ ਪਏਗਾ, ਖੁਦਾ ਨੂੰ ਪਾਣਾ ਤੈਨੂੰ ਪਹਾੜਾਂ ਦੀ ਚੋਟੀ ਤੇ ਜਾਣਾ ਪਏਗਾ, ਜਾਂ ਰੱਬ ਨੂੰ ਪਾਣਾ ਤੈਨੂੰ ਗੁਫਾਵਾਂ 'ਚ ਜਾਣਾ ਪਏਗਾ। ਉਹ ਕਹਿੰਦੇ ਖੁਦਾ, ਉਹ ਪ੍ਰਭੂ, ਉਹ ਤੇਰਾ ਦਿਲਦਾਰ ਤੇਰੇ ਕਿੱਥੇ ਹੈ? ਅੰਦਰ ਹੀ ਹੈ। ਬਸ ਤੈਨੂੰ ਆਪਣੀਆਂ ਕਮੀਆਂ ਜੋ ਹੈ ਨਾ ਸਫਾਈ ਕਰਨੀ ਪਏਗੀ। ਜਿੱਦਾਂ ਸਮਝ ਲੈ ਕਿ ਤਸਵੀਰ ਦੇ ਉੱਪਰ ਅਗਰ ਗੰਦਗੀ ਦੀ ਪਰਤ ਚੜ ਗਈ ਹੈ ਤਾਂ ਤਸਵੀਰ ਤਾਂ ਉਹ ਫਰੇਮ ਦੇ ਅੰਦਰ ਹੀ ਹੈ, ਬਸ ਸਾਨੂੰ ਉਹ ਫਰੇਮ ਨੂੰ ਸਾਫ਼ ਕਰਨ ਦੀ ਲੋੜ ਹੈ। ਕਈ ਵਾਰ ਹੋ ਜਾਂਦਾ ਡਸਟ ਇੰਨੀ ਪੈ ਜਾਂਦੀ ਕਿ ਅੰਦਰਲੀ ਤਸਵੀਰ ਨਜ਼ਰ ਆਂਦੀ ਨਹੀਂ ਹੈ। ਜਿੱਦਾਂ ਜਿੱਦਾਂ ਅਸੀਂ ਉਹ ਡਸਟਰ ਲੈ ਕੇ ਉਹ ਡਸਟ ਨੂੰ ਸਾਫ਼ ਕਰਦੇ ਹਾਂ, ਉਹ ਡਸਟ ਸਾਫ਼ ਹੁੰਦੀ ਹੈ, ਧੂੜ ਮਿੱਟੀ ਸਾਫ਼ ਹੁੰਦੀ, ਤਾਂ ਥੱਲੀ ਤਸਵੀਰ ਸਾਫ਼ ਬਾਹਰ ਪ੍ਰਗਟ ਹੋ ਜਾਂਦੀ ਹੈ। ਇਸ ਲਈ ਪ੍ਰਮਾਤਮਾ ਤੁਹਾਡੇ ਕਿੱਥੇ ਹੈ? ਅੰਦਰ ਹੀ ਹੈ। ਬਸ ਥੋੜੀ ਜਿਹੀ ਜਿੱਦਾਂ ਦੱਸਿਆ ਹੈ ਕਿ ਆਪਣੀ ਸਫਾਈ ਕਰਨ ਦੀ ਜ਼ਰੂਰਤ ਹੈ। ਔਰ ਸਫਾਈ ਕਰਨ ਦਾ ਮਤਲਬ ਕਿਹੜੀ ਸਫਾਈ? ਫਿਰ ਕਵਾਂਗੇ ਆਪਣੀ ਨਫ਼ਰਤ ਨੂੰ ਤਿਆਗੋ, ਆਪਣੀਆਂ ਬੁਰੀਆਂ ਆਦਤਾਂ ਨੂੰ ਤਿਆਗੀਏ, ਇਹ ਸ਼ੰਕਾ ਨੂੰ ਤਿਆਗੀਏ, ਚਿੰਤਾ ਨੂੰ ਛੱਡੀਏ। ਕਿਉਂਕਿ ਜਿਸ ਤਰ੍ਹਾਂ ਹੀ ਦੱਸਿਆ, ਸਾਡਾ ਮਾਈਂਡ ਪਰਮਾਤਮਾ ਨੇ ਮਨ ਸਾਨੂੰ ਚਿੰਤਨ ਕਰਨ ਵਾਸਤੇ ਦਿੱਤਾ, ਚਿੰਤਾ ਕਰਨ ਵਾਸਤੇ ਨਹੀਂ ਦਿੱਤਾ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲੈ ਇੱਕ ਟੀਮ, ਇੱਕ ਖਿਲਾੜੀ ਖੇਲ ਰਿਹਾ ਹੈ, ਅਗਰ ਉਹ ਖਿਲਾੜੀ ਇਹ ਟੈਨਸ਼ਨ ਲੈ ਕੇ ਖੇਡੇ, ਪਤਾ ਨਹੀਂ ਮੇਰੀ ਹਾਰ ਹੋਣੀ ਹੈ, ਜਿੱਤ ਹੋਣੀ ਹੈ, ਪਤਾ ਨਹੀਂ ਮੈਂ ਹਾਰਨਾ ਜਾਂ ਜਿੱਤਣਾ ਹੈ, ਤਾਂ ਬਹੁਤ ਜ਼ਿਆਦਾ ਚਾਂਸ ਹੈ ਉਹ ਟੈਨਸ਼ਨ ਲੈ ਕੇ ਖੇਲ ਰਿਹਾ ਤਾਂ ਉਹਦੀ ਹਾਰ ਹੀ ਹੋਣੀ ਹੈ। ਜੇ ਇੱਕ ਬੱਚਾ ਪੇਪਰ ਵਾਸਤੇ ਸੋਚੇ ਨਾ, ਪਤਾ ਨਹੀਂ ਮੈਂ ਫੇਲ ਨਾ ਹੋ ਜਾਵਾਂ, ਪਤਾ ਨਹੀਂ ਮੈਂ ਫੇਲ ਹੋਣਾ ਜਾਂ ਪਾਸ ਹੋਣਾ, ਇਹ ਸੋਚਦਾ ਪੇਪਰ ਪਾਏਗਾ ਤਾਂ ਡਰ ਨਾਲ ਪੇਪਰ ਪਾਏਗਾ। ਪਰ ਅਗਰ ਇੱਕ ਖਿਲਾੜੀ ਇਹ ਸੋਚ ਕੇ ਖੇਡੇ, ਉਹ ਹਾਰ ਜਿੱਤ ਬਾਅਦ ਦੀ ਗੱਲ ਹੈ, ਮੈਂ ਆਪਣਾ ਬੈਸਟ ਖੇਲਣਾ ਹੈ, ਮੈਂ ਅੱਛਾ ਖੇਲਣਾ ਹੈ, ਫਿਰ ਬਾਅਦ ਚੋਂ ਚਾਹੇ ਹਾਰਾਂ ਚਾਹੇ ਜਿੱਤਾਂ ਉਹ ਬਾਅਦ ਦੀ ਗੱਲ ਹੈ। ਪਰ ਹੁਣ ਜੋ ਮੈਂ ਅੱਛਾ ਕਰ ਸਕਦਾ ਮੈਂ ਅੱਛਾ ਕਰਾਂ। ਤਾਂ ਜਿਹਦਾ ਧਿਆਨ ਅੱਛਾ ਕਰਨ ਵਿੱਚ ਹੁੰਦਾ ਹੈ, ਉਹਦੇ ਚਾਂਸ ਵੀ ਜਿੱਤਣ ਦੇ, ਜੇ ਫਰਜ਼ ਕਰੋ ਵਾਈ ਦੀ ਵੇ 1% ਚਾਂਸ ਉਹ ਹਾਰ ਵੀ ਜਾਵੇ ਤਾਂ ਉਹਨੂੰ ਕਦੀ ਅਫਸੋਸ ਨਹੀਂ ਹੋਏਗਾ। ਉਹ ਕਹੇਗਾ ਮੈਂ ਆਪਣੇ ਵੱਲੋਂ ਅੱਛਾ ਕੀਤਾ ਸੀ ਪਰ ਫਿਰ ਵੀ ਹਾਰ ਗਿਆ, ਕੋਈ ਗੱਲ ਨਹੀਂ, ਹੁਣ ਅਗਲੀ ਵਾਰ ਨੂੰ ਹੋਰ ਅੱਛਾ ਕਰੂੰਗਾ ਮੈਂ। ਇਸ ਲਈ ਤੁਸੀਂ ਵੀ ਇੱਥੇ ਤੁਹਾਨੂੰ ਕਹਾਂਗੇ ਖੇਲ ਵਾਲਾ ਨਾ ਜੋ ਨਿਯਮ ਆ ਆਪਣੇ ਤੇ ਵੀ ਲਾਗੂ ਕਰੀਏ ਕਿ ਅਸੀਂ ਵੀ ਜ਼ਿੰਦਗੀ ਇਦਾਂ ਨਹੀਂ ਜੀਣੀ, ਹਾਏ ਕੱਲ ਨੂੰ ਕੀ ਹੋਏਗਾ, ਕੱਲ ਨੂੰ ਘਾਟਾ ਹੋਏਗਾ, ਵਾਧਾ ਹੋਏਗਾ, ਦੁੱਖ ਹੋਏਗਾ, ਸੁੱਖ ਹੋਏਗਾ, ਇਹ ਚਿੰਤਾ ਛੱਡੋ। ਤੁਸੀਂ ਇਹ ਸੋਚੋ ਕਿ ਕੱਲ ਨੂੰ ਕੀ ਹੋਣਾ, ਉਹਦੀ ਚਿੰਤਾ ਛੱਡ ਕੇ ਮੈਂ ਅੱਜ ਅੱਛਾ ਕੀ ਕਰ ਸਕਦਾ ਹਾਂ, ਅੱਜ ਬੈਸਟ ਕੀ ਕਰ ਸਕਦਾ ਹਾਂ। ਅਗਰ ਅੱਜ ਤੁਸੀਂ ਅੱਛਾ ਕਰਨ ਤੇ ਜ਼ੋਰ ਦਿੰਦੇ ਹੋ, ਆਪਣੇ ਜੀਵਨ ਨੂੰ ਅੱਛਾ ਬਣਾਉਂਦੇ ਹੋ, ਤਾਂ ਜਿਹੜਾ ਅੱਜ ਅੱਛਾ ਕਰੇਗਾ ਕੱਲ ਨੂੰ ਉਹਦਾ ਬੁਰਾ ਕਦੀ ਹੋ ਹੀ ਨਹੀਂ ਸਕਦਾ। ਤਾਂ ਜੇ ਬੰਦਾ ਕਹੇ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਪਰ ਮੇਰੇ ਨਾਲ ਬੁਰਾ ਕਿਉਂ ਹੁੰਦਾ, ਤਾਂ ਇਹ ਬੰਦਾ ਇਹ ਗੱਲਾਂ ਸਿਰਫ ਕਹਿਣ ਦੀਆਂ ਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਇਹ ਸਾਡੇ ਅੰਦਰ ਸੋਚ ਵੀ ਆ ਜਾਂਦੀ ਨਾ ਕਿ ਅਸੀਂ ਨਫ਼ਰਤ ਵੀ ਕਰਦੇ ਹਾਂ ਕਿਸੇ ਨਾਲ, ਤਾਂ ਵੀ ਕਿਤੇ ਨਾ ਕਿਤੇ ਅਸੀਂ ਬੁਰਾਈ ਦਾ ਬੀਜ ਆਪਣੇ ਅੰਦਰ ਲੈ ਕੇ ਬੈਠੇ ਹਾਂ, ਜਿਹਨਾਂ ਸਾਨੂੰ ਤਕਲੀਫ ਦੇਣੀ ਹੀ ਦੇਣੀ ਹੈ। ਜਿੱਦਾਂ ਹੀ ਦੱਸਿਆ ਸੀ ਨਾ ਕਿ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਜੇ ਤੇਰੇ ਅੰਦਰ ਕ੍ਰੋਧ ਹੈ ਨਾ ਤਾਂ ਤੈਨੂੰ ਹੋਰ ਸ਼ਤਰੂ ਦੀ ਜ਼ਰੂਰਤ ਹੀ ਨਹੀਂ ਹੈ, ਫਿਰ ਤੇਰਾ ਕ੍ਰੋਧ ਹੀ ਸ਼ਤਰੂ ਕਾਫੀ ਹੈ ਜਿਹਨਾਂ ਤੇਰੇ ਜੀਵਨ ਨੂੰ ਖਤਮ ਕਰ ਦੇਣਾ ਹੈ। ਇਸ ਲਈ ਇਹ ਚੀਜ਼ਾਂ ਸਮਝਣੀਆਂ ਪੈਂਦੀਆਂ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਕਮੀਆਂ ਨੂੰ ਦੂਰ ਕਰਦੇ ਜਾਵਾਂਗੇ ਤਾਂ ਫਿਰ ਸਾਡੇ ਜੀਵਨ 'ਚ ਹੌਲੀ ਹੌਲੀ ਜਦੋਂ ਬਿਹਤਰ ਬਣਦੇ ਚਲੇ ਜਾਵਾਂਗੇ ਤਾਂ ਉਹਦੀਆਂ ਰਹਿਮਤਾਂ ਵੀ ਸਾਡੇ ਜੀਵਨ 'ਚ ਆਉਂਦੀਆਂ ਚਲੀਆਂ ਜਾਣਗੀਆਂ, ਖੁਸ਼ੀਆਂ ਵੀ ਸਾਡੇ ਜੀਵਨ 'ਚ ਆਉਂਦੀਆਂ ਚਲੀਆਂ ਜਾਣਗੀਆਂ। ਕਿਉਂਕਿ ਫਿਰ ਕਵਾਂਗੇ ਇੱਕ ਛੋਟੀ ਜਿਹੀ ਕਹਾਣੀ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਇੱਕ ਵਾਰ ਨਾ ਇੱਕ ਬਾਪ ਆਫਿਸ ਤੋਂ ਆਇਆ, ਆਫਿਸ ਦਾ ਕੁਝ ਕੰਮ ਸੀ ਉਹ ਕਰ ਰਿਹਾ ਸੀ, ਟੇਬਲ ਤੇ ਬੈਠਾ ਕੰਮ ਕਰ ਰਿਹਾ ਸੀ, ਤਾਂ ਉਹਦਾ 8 ਸਾਲ ਦਾ ਬੱਚਾ, 8-9 ਸਾਲ ਦਾ ਬੱਚਾ, ਜਦੋਂ ਉਹਨੇ ਦੇਖਿਆ ਕਿ ਡੈਡੀ ਘਰ ਆਫਿਸ ਤੋਂ ਘਰ ਆ ਗਏ, ਉਹ ਗਿਆ, ਡੈਡੀ ਚਲੋ ਖੇਲੀਏ, ਡੈਡੀ ਚਲੋ ਖੇਲੀਏ। ਅੱਗੇ ਡੈਡੀ ਰੋਜ਼ ਉਹਨਾਂ ਖੇਡਦਾ ਸੀ, ਪਰ ਅੱਜ ਆਫਿਸ ਦਾ ਕੋਈ ਜ਼ਰੂਰੀ ਕੰਮ ਸੀ ਜਿਹੜਾ ਕਰਨਾ ਵੀ ਜ਼ਰੂਰੀ ਸੀ। ਇਸ ਲਈ ਬਾਪ ਨੇ ਕਿਹਾ ਬੇਟਾ ਮੈਨੂੰ ਜ਼ਰੂਰੀ ਕੰਮ ਹੈ, ਇਹ ਖਤਮ ਹੋ ਲਾਂਦੇ, ਬਸ ਘੰਟਾ ਕੁ ਲੱਗਣਾ ਹੈ ਕੰਮ ਨੂੰ, ਫਿਰ ਖੇਡਦੇ ਆ। ਪਰ ਬੱਚਾ ਜਿੱਦ ਕਰੇ ਨਹੀਂ ਮੈਂ ਹੁਣੇ ਖੇਲਣਾ, ਮੈਂ ਹੁਣੇ ਖੇਲਣਾ ਹੈ। ਤਾਂ ਬਾਪ ਬੜਾ ਪਰੇਸ਼ਾਨ ਹੋਇਆ। ਬਾਪ ਨੇ ਕੀ ਦੇਖਿਆ ਕਿ ਬਾਪ ਦੇ ਕੋਲ ਹੀ ਇੱਕ ਦੁਨੀਆ ਦੀ ਤਸਵੀਰ ਪਈ ਹੋਈ ਹੈ, ਵਰਲਡ ਦੀ ਤਸਵੀਰ ਪਈ ਹੋਈ ਹੈ। ਤਾਂ ਬਾਪ ਨੇ ਕਿਹਾ ਚਲੋ ਇਹਨੂੰ ਕੋਈ ਕੰਮ ਲਾ ਦਈਏ, ਜਦ ਨੂੰ ਇਹ ਕੰਮ
ਖਤਮ ਕਰੂੰਗਾ ਮੇਰਾ ਵੀ ਕੰਮ ਹੋ ਜਾਏਗਾ, ਫਿਰ ਬਾਅਦ ਚੋਂ ਖੇਲਾਂਗੇ। ਉਹ ਬਾਪ ਨੇ ਤਸਵੀਰ ਦੇ ਕਈ ਟੋਟੇ ਕਰ ਦਿੱਤੇ ਔਰ ਉਹਨੂੰ ਕਿਹਾ ਕਿ ਲੈ ਬੇਟਾ ਇਹ ਵਰਲਡ ਦਾ ਮੈਪ ਹੈ, ਜਦ ਤੱਕ ਮੈਂ ਕੰਮ ਖਤਮ ਕਰਦਾ ਤੂੰ ਇਹਨੂੰ ਸਾਰੇ ਟੁਕੜਿਆਂ ਨੂੰ ਜੋੜ ਕੇ ਦੁਬਾਰਾ ਲਿਆ ਮੇਰੇ ਕੋਲ, ਯਾਨੀ ਉਹਨੂੰ ਜੋੜ ਕੇ ਰੱਖ, ਫਿਰ ਮੈਨੂੰ ਦੱਸੀ ਕਿ ਪਾਪਾ ਮੈਂ ਸਾਰੇ ਟੁਕੜੇ ਵਰਲਡ ਦੇ ਸਹੀ ਜਗ੍ਹਾ ਜੋੜ ਦਿੱਤੇ ਹੈ। ਜਿੱਦਾਂ ਹੁੰਦਾ ਨਾ ਤਸਵੀਰਾਂ ਦੇ ਟੁਕੜਿਆਂ ਨੂੰ ਸਹੀ ਜਗ੍ਹਾ ਜੋੜ ਕੇ ਤਸਵੀਰ ਨੂੰ ਪੂਰਾ ਕਰਨਾ ਹੁੰਦਾ ਹੈ। ਤਾਂ ਬਾਪ ਨੇ ਸੋਚਿਆ ਵਰਲਡ ਦਾ ਮੈਪ ਹੈ, ਅੱਧਾ ਪੌਣਾ ਘੰਟਾ ਤੈਨੂੰ ਲੱਗ ਹੀ ਜਾਣਾ ਹੈ, ਜਦ ਤੱਕ ਮੈਂ ਵੀ ਆਪਣਾ ਕੰਮ ਖਤਮ ਕਰ ਲਊਂ। ਫਿਰ ਜਦੋਂ ਕੰਮ ਖਤਮ ਹੋ ਗਿਆ, ਜੇ ਇਤੋਂ ਨਾ ਤਸਵੀਰ ਬਣੀ ਤਾਂ ਮੈਂ ਇਹਦੀ ਹੈਲਪ ਕਰ ਦੂੰ, ਇਹ ਵੀ ਖੁਸ਼ ਹੋ ਜਾਏਗਾ ਪਾਪਾ ਨੇ ਮੇਰੇ ਨਾਲ ਖੇਡ ਲਿਆ। ਸੋ ਬਾਪ ਨੇ ਉਹਨੂੰ ਭੇਜ ਦਿੱਤਾ, ਬੱਚੇ ਨੇ ਟੁਕੜੇ ਸਾਰੇ ਹੱਥ 'ਚ ਲਏ, ਦੌੜ ਕੇ ਚਲਾ ਗਿਆ ਇੱਕ ਪਾਸੇ। ਇੱਧਰ ਬਾਪ ਬੈਠਾ ਤਾਂ ਬੱਚਾ ਵੀ ਸਾਹਮਣੇ ਫਰਸ਼ ਤੇ ਬਹਿ ਗਿਆ। ਤਾਂ ਬਾਪ ਨੇ ਦੇਖਿਆ ਲੱਗ ਗਿਆ, ਹੁਣ ਅੱਧਾ ਪੌਣਾ ਘੰਟਾ ਤਾਂ ਲੱਗ ਹੀ ਜਾਣਾ ਇਹਨੂੰ, ਆਪਣੇ ਕੰਮ 'ਚ ਲੱਗਾ, ਹਲੇ 5 ਮਿੰਟ ਹੀ ਹੋਏ ਸੀ। ਬੇਟਾ ਆ ਗਿਆ, ਕਹਿੰਦਾ ਡੈਡੀ ਡੈਡੀ ਮੈਂ ਮੈਪ ਜੋੜ ਦਿੱਤਾ, ਚਲੋ ਮੇਰੇ ਨਾਲ ਖੇਲੋ। ਉਹ ਬਾਪ ਕਹਿੰਦਾ ਕਮਾਲ ਦੀ ਗੱਲ ਹੈ, ਇਹ ਵਰਲਡ ਦਾ ਮੈਪ ਪਾੜ ਕੇ ਮੈਂ ਇੰਨੇ ਛੋਟੇ ਛੋਟੇ ਟੁਕੜੇ ਕਰਤੇ ਸੀ, ਮੈਂ ਵੀ ਜੋੜਨਾ ਹੋਵੇ ਤਾਂ ਅੱਧਾ ਪੌਣਾ ਘੰਟਾ ਮੈਨੂੰ ਵੀ ਲੱਗ ਜਾਣਾ। ਉਹ ਤੂੰ 5 ਮਿੰਟਾਂ ਜੋੜ ਦਿੱਤਾ, ਤੂੰ 5 ਮਿੰਟਾਂ 'ਚ ਜੋੜ ਦਿੱਤਾ, ਉਹ ਤੂੰ ਕਿੱਦਾਂ ਜੋੜ ਦਿੱਤਾ ਇੰਨੀ ਜਲਦੀ? ਕਹਿੰਦਾ ਆ ਜਾਓ ਦੇਖੋ। ਜਦੋਂ ਬਾਪ ਨੇ ਜਾ ਕੇ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਵਾਕਈ ਤਸਵੀਰ ਸਹੀ ਜੁੜੀ ਹੋਈ ਸੀ। ਉਹ ਕਿੱਦਾਂ ਜੋੜੀ ਕਿ ਜਿਹੜੀ ਤਸਵੀਰ ਬਾਪ ਨੇ ਪਾੜ ਕੇ ਦਿੱਤੀ ਸੀ ਨਾ, ਉਹਦੇ ਇੱਕ ਪਾਸੇ ਵਰਲਡ ਦਾ ਮੈਪ ਸੀ ਤਾਂ ਪੇਪਰ ਦੇ ਦੂਜੇ ਪਾਸੇ ਇੱਕ ਆਦਮੀ ਦੀ ਤਸਵੀਰ ਸੀ। ਹੁਣ ਬੇਟੇ ਨੇ ਕੀ ਕੀਤਾ, ਵਰਲਡ ਦਾ ਮੈਪ ਨਹੀਂ ਜੋੜਿਆ, ਉਹਨਾਂ ਆਦਮੀ ਦੀ ਤਸਵੀਰ ਨੂੰ ਜੋੜ ਦਿੱਤਾ, ਕਿਉਂਕਿ ਵਰਲਡ ਦੇ ਮੈਪ ਨੂੰ ਜੋੜਨਾ ਔਖਾ ਸੀ, ਆਦਮੀ ਦੀ ਤਸਵੀਰ ਨੂੰ ਜੋੜਨਾ ਸੌਖਾ, ਕਿਉਂਕਿ ਤਸਵੀਰ ਤੋਂ ਪਤਾ ਲੱਗ ਜਾਂਦਾ ਆ ਬਾਂਹ ਆ, ਇਹਨੂੰ ਇੱਥੇ ਜੋੜ ਦਿਓ, ਆ ਹੱਥ ਹੈ ਇਹਨੂੰ ਇੱਥੇ ਜੋੜ ਦਿਓ, ਆ ਸਿਰ ਹੈ ਇਹਨੂੰ ਇੱਥੇ ਜੋੜ ਦਿਓ। ਉਹਨਾਂ 5 ਮਿੰਟਾਂ 'ਚ ਉਹ ਪੂਰੀ ਤਸਵੀਰ ਜੋੜਤੀ। ਇੱਧਰ ਆਦਮੀ ਜੁੜਿਆ, ਉਧਰ ਪੂਰਾ ਵਰਲਡ ਆਪਣੇ ਆਪ ਹੀ ਜੁੜ ਗਿਆ। ਹੁਣ ਜਦੋਂ ਇੰਨੀ ਗੱਲ ਦੇਖੀ ਤਾਂ ਪਿਤਾ ਨੇ ਕਿਹਾ ਵਾਹ ਬੇਟਾ ਕਮਾਲ ਕਰ ਦਿੱਤੇ ਤੂੰ, ਉਹ ਇੰਨੀ ਜਲਦੀ ਵਰਲਡ ਦੀ ਤਸਵੀਰ ਜੋੜਤੀ। ਉਹ ਕਹਿੰਦਾ ਪਿਤਾ ਜੀ ਮੈਂ ਤਾਂ ਸਿਰਫ ਆਦਮੀ ਨੂੰ ਜੋੜਿਆ, ਦੁਨੀਆ ਤਾਂ ਆਪਣੇ ਆਪ ਹੀ ਜੁੜ ਗਈ। ਹੁਣ ਇੱਥੋਂ ਕੀ ਪਤਾ ਲੱਗਦਾ ਹੈ, ਅੱਜ ਜੇ ਅਸੀਂ ਵੀ ਦੁਨੀਆ ਨੂੰ ਜੋੜਨਾ ਚਾਹੁੰਦੇ ਹਾਂ, ਦੁਨੀਆ 'ਚ ਸ਼ਾਂਤੀ ਪਿਆਰ ਮੁਹੱਬਤ ਚਾਹੁੰਦੇ ਹਾਂ, ਤਾਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਦੁਨੀਆ ਨੂੰ ਜੋੜਨ ਦੀ, ਇਹ ਦੁਨੀਆ ਨੇ ਇਦਾਂ ਨਹੀਂ ਜੁੜਨਾ। ਪਹਿਲਾਂ ਆਦਮੀ ਨੂੰ ਜੋੜ ਦਿਓ ਇੱਕ ਦੂਜੇ ਨਾਲ, ਕਿਉਂਕਿ ਜਦੋਂ ਇਨਸਾਨ ਸਹੀ ਹੋ ਗਿਆ ਦੁਨੀਆ ਆਪੇ ਹੀ ਸਹੀ ਹੋ ਜਾਏਗੀ। ਔਰ ਇੱਥੋਂ ਇਹ ਵੀ ਗੱਲ ਸਮਝਣੀ, ਇੱਥੋਂ ਇਹ ਵੀ ਗੱਲ ਇੱਕ ਹੋਰ ਗਹਿਰਾ ਪੁਆਇੰਟ ਹੈ ਜੋ ਤੁਹਾਡੇ ਜੀਵਨ ਵਾਸਤੇ ਹੈ ਕਿ ਅਗਰ ਆਦਮੀ ਸਹੀ ਹੋ ਜਾਵੇ ਤਾਂ ਉਹਦੀ ਦੁਨੀਆ ਆਪਣੇ ਆਪ ਹੀ ਸਹੀ ਹੋ ਜਾਂਦੀ ਹੈ। ਅਗਰ ਤੁਸੀਂ ਸਹੀ ਹੋ ਜਾਵੋ, ਤੁਸੀਂ ਸਹੀ ਹੋ ਜਾਵੋ ਤਾਂ ਤੁਹਾਡੀ ਦੁਨੀਆ ਜੋ ਚਾਰੋਂ ਤਰਫ ਹੈ ਇਹ ਆਪੇ ਹੀ ਸਹੀ ਹੋ ਜਾਏਗੀ। ਜਰਾ ਸੋਚ ਕੇ ਦੇਖੋ, ਬੰਦਾ ਕਹਿੰਦਾ ਮੇਰੇ ਘਰ 'ਚ ਆਹ ਸਹੀ ਨਹੀਂ, ਮੇਰਾ ਉਹ ਸਹੀ ਨਹੀਂ, ਮੇਰੀ ਪਤਨੀ ਸਹੀ ਨਹੀਂ, ਮੇਰਾ ਪਤੀ ਸਹੀ ਨਹੀਂ, ਮੇਰੇ ਬੱਚੇ ਸਹੀ ਨਹੀਂ। ਉਹ ਆਪਣੇ ਆਪ ਨੂੰ ਸਹੀ ਕਰ ਲੈ, ਬਾਹਰ ਆਪਣੇ ਆਪ ਹੀ ਸਹੀ ਹੋਣਾ ਸ਼ੁਰੂ ਹੋ ਜਾਣਾ ਹੈ। ਇਸ ਲਈ ਤੁਸੀਂ ਬਾਹਰ ਖੁਸ਼ੀਆਂ ਚਾਹੁੰਦੇ ਹੋ ਤਾਂ ਅੰਦਰ ਆਪਣੇ ਆਪ ਨੂੰ ਸਹੀ ਕਰ ਲਓ ਕਿ ਸਭ ਤੋਂ ਪਹਿਲਾਂ ਤਾਂ ਨੈਗੇਟਿਵਿਟੀ ਨੂੰ ਖਤਮ ਕਰਾਂ। ਬੰਦਾ ਸੋਚਦਾ ਮੇਰੇ ਜੀਵਨ 'ਚ ਦੁੱਖ ਹੀ ਦੁੱਖ ਹੈ, ਤਾਂ ਅੱਜ ਤੋਂ ਇਹ ਦੁੱਖਾਂ ਵਾਲੀ ਸੋਚ ਛੱਡ ਕੇ ਇਹ ਸੋਚਣਾ ਸ਼ੁਰੂ ਕਰਾਂ ਕਿ ਮੇਰੇ ਜੀਵਨ 'ਚ ਖੁਸ਼ੀਆਂ ਹੀ, ਮੇਰੇ ਜੀਵਨ 'ਚ ਰਹਿਮਤਾਂ ਹੀ, ਕਿਉਂਕਿ ਸੋਚ ਸਾਡੀ ਅੰਦਰੋਂ ਬਦਲੇਗੀ ਤਾਂ ਬਾਹਰ ਬਾਅਦ 'ਚ ਹੀ ਬਦਲਾਵ ਆਏਗਾ। ਪਰ ਜੇ ਬੰਦਾ ਸੋਚੇ ਪਹਿਲਾਂ ਬਾਹਰੋਂ ਬਦਲੇ ਫਿਰ ਅੰਦਰ ਬਦਲਣਾ ਹੈ ਤਾਂ ਫਿਰ ਤਾਂ ਉਹੀ ਗੱਲ ਹੈ, ਅਗਰ ਅਸੀਂ ਫਲ ਬਦਲਣਾ ਚਾਹੁੰਦੇ ਹਾਂ ਨਾ ਤਾਂ ਸਾਨੂੰ ਪਹਿਲਾਂ ਬੀਜ ਬਦਲਣਾ ਪਏਗਾ, ਕਿਉਂਕਿ ਬੀਜ ਬਦਲਾਂਗੇ ਤਾਂ ਫੇਰ ਹੀ ਬ੍ਰਿਕਸ਼ ਬਦਲੇਗਾ, ਬ੍ਰਿਕਸ਼ ਬਦਲੇਗਾ ਤਾਂ ਫੇਰ ਹੀ ਫਲ ਬਦਲਣਗੇ। ਅੱਜ ਬੰਦਾ ਕਹਿੰਦਾ ਹੈ ਫਲ ਬਦਲ ਜਾਣ, ਇਹ ਪੇੜ ਬਦਲ ਜਾਵੇ, ਤਾਂ ਪੇੜ ਆਪਣੇ ਆਪ ਨਹੀਂ ਬਦਲਣਾ ਕਿ ਅੰਬ ਦਾ ਪੇੜ ਆ ਤੁਸੀਂ ਸੋਚੋ ਇਹ ਰੱਬਾ ਸੇਬ ਦਾ ਕਰ ਦੇ ਤਾਂ ਅੱਖਾਂ ਖੋਲੀਏ ਸੇਬ ਹੋ ਜਾਣਾ, ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਅਗਰ ਅਸੀਂ ਆਪਣੇ ਜੀਵਨ ਨੂੰ ਬਦਲਣਾ ਹੈ ਤਾਂ ਜਰਾ ਦੇਖੋ ਕਿ ਸਾਡਾ ਜੀਵਨ ਬਣਦਾ ਸਾਡੀ ਸੋਚ ਤੋਂ। ਜਦੋਂ ਸੋਚ ਬਦਲਦੀ ਹੈ ਤਾਂ ਜੀਵਨ 'ਚ ਆਪਣੇ ਆਪ ਹੀ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸੋਈ ਹੈ ਦਰਵੇਸ਼ ਜੋ ਰੂਹ ਕੀ ਕਰੇ ਸਫਾਈ। ਸੋ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਤੁਹਾਡੇ ਅੰਦਰ ਦੀ ਐਸੀ ਸਫਾਈ ਹੋ ਜਾਵੇ ਤਾਂ ਕਿ ਦਿਲ ਅੰਦਰ ਦਿਲਦਾਰ ਖੁਦਾ ਦਾ ਦਰਸ਼ਨ ਪਾਈ, ਤਾਂ ਕਿ ਤੁਸੀਂ ਵੀ ਆਪਣੇ ਦਿਲਦਾਰ ਦਾ ਦਰਸ਼ਨ ਆਪਣੇ ਅੰਦਰੋਂ ਕਰ ਸਕੋ। ਇਸ ਲਈ ਅੱਜ ਤੋਂ ਕਰੋ ਆਪਣੇ ਆਪ ਨਾਲ ਇੱਕ ਸੰਕਲਪ ਵਾਅਦਾ ਕਿ ਅੱਜ ਤੋਂ ਮੈਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਖਤਮ ਕਰਨਾ ਹੈ, ਆਪਣੇ ਅੰਦਰਲੀਆਂ ਸ਼ੰਕਾਵਾਂ ਨੂੰ ਖਤਮ ਕਰਨਾ ਹੈ, ਆਪਣੇ ਅੰਦਰਲੀ ਨਫ਼ਰਤ ਨੂੰ ਖਤਮ ਕਰਨਾ ਹੈ। ਔਰ ਜਿੱਦਾਂ ਦੱਸਿਆ ਕਿ ਮਾਈਂਡ ਇਹ ਮਨ ਸਾਨੂੰ ਚਿੰਤਾ ਕਰਨ ਵਾਸਤੇ ਨਹੀਂ, ਚਿੰਤਨ ਕਰਨ ਵਾਸਤੇ ਦਿੱਤਾ ਹੈ। ਚਿੰਤਨ ਦਾ ਮਤਲਬ ਹੁੰਦਾ ਕਿ ਅਗਰ ਸਾਡੇ ਜੀਵਨ 'ਚ ਕੋਈ ਪ੍ਰੋਬਲਮ ਆਈ ਹੈ ਤਾਂ ਉਹਦੇ ਬਾਰੇ ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ ਤਾਂ ਹੱਲ ਕੀ ਕਰ ਸਕਦਾ ਮੈਂ, ਇਹਨੂੰ ਕਹਿੰਦੇ ਚਿੰਤਨ ਕਰਨਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜੇ ਇੱਕ ਬੇੜੀ 'ਚ ਜਾ ਰਹੇ ਆ ਉਹ 'ਚ ਛੇਦ ਹੋ ਜਾਵੇ ਤਾਂ ਚਿੰਤਾ ਨਹੀਂ ਕਰਨੀ ਹਾਏ ਹੁਣ ਡੁੱਬ ਗਏ, ਹੁਣ ਮਰ ਗਏ, ਹੁਣ ਕਿੱਦਾਂ ਬਚਾਂਗੇ। ਚਿੰਤਨ ਕਰਨਾ ਕਿ ਇਹ ਛੇਦ ਨੂੰ ਕਿੱਦਾਂ ਬੰਦ ਕੀਤਾ ਜਾਵੇ ਤਾਂ ਕਿੱਦਾਂ ਉਪਾਅ ਕੀਤਾ ਜਾਵੇ ਕਿ ਸਹੀ ਸਲਾਮਤ ਕਿਨਾਰੇ ਤੇ ਪਹੁੰਚ ਜਾਈਏ, ਕਿਉਂਕਿ ਚਿੰਤਨ ਕਰਨ ਨਾਲ ਹੱਲ ਮਿਲਣੇ ਸ਼ੁਰੂ ਹੋ ਜਾਂਦੇ। ਪਰ ਚਿੰਤਾ ਕਰਨ ਨਾਲ
ਟੈਨਸ਼ਨਾਂ ਹੀ ਵੱਧਦੀਆਂ, ਦੁੱਖ ਹੀ ਵੱਧਦੇ, ਹੱਲ ਕੋਈ ਨਹੀਂ ਹੁੰਦਾ। ਸਮਝਦੇ ਹੋ ਕਿ ਨਹੀਂ? ਹੁਣ ਕਿਸੇ ਨੂੰ ਕੋਈ ਬਿਮਾਰੀ ਹੈ, ਚਿੰਤਾ ਹੀ ਕਰੀ ਜਾਵੇ, ਹਾਏ ਮੈਨੂੰ ਆਹ ਬਿਮਾਰੀ ਲੱਗ ਗਈ, ਹੁਣ ਮਰ ਗਿਆ, ਹੁਣ ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਪਰਿਵਾਰ ਦਾ। ਚਿੰਤਾ ਕਰਨ ਨਾਲ ਬਿਮਾਰੀ ਜਿਹੜੀ ਨਾ, ਉਹ 6 ਮਹੀਨੇ ਅਸੀਂ ਜੀਣਾ ਹੈ, ਉਹ 6 ਮਹੀਨੇ ਵੀ ਜੀ ਨਹੀਂ ਪਾਣਾ, ਸ਼ਾਇਦ ਮਹੀਨੇ 'ਚ ਜਾਨ ਚਲੀ ਜਾਵੇ। ਤੇ ਜੇ ਬੰਦਾ ਚਿੰਤਨ ਕਰੇ, ਆਹ ਪ੍ਰੋਬਲਮ ਹੈ, ਆਹ ਇੱਕ ਚੁਣੌਤੀ ਹੈ, ਆਹ ਇੱਕ ਕਮੀ ਹੈ, ਇਹਦਾ ਹੱਲ ਕਿੱਦਾਂ ਕੀਤਾ ਜਾਵੇ? ਕਿ ਚਿੰਤਨ ਕਰਨ ਬਾਰੇ ਜਦੋਂ ਬੰਦਾ ਸੋਚਦਾ ਹੈ ਤਾਂ ਉਹਦਾ ਹੱਲ ਵੀ ਮਿਲ ਜਾਂਦਾ ਹੈ। ਇਸ ਲਈ ਫਿਰ ਤੁਹਾਨੂੰ ਤਾਂ ਟੈਨਸ਼ਨ ਉਦੋਂ ਹੀ ਲੈਣ ਦੀ ਲੋੜ ਨਹੀਂ, ਕਿਉਂਕਿ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਤੁਹਾਡਾ ਮਾਲਿਕ ਤੁਹਾਡੇ। ਬਸ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਹੈ ਕਿ ਮੈਂ ਟੈਨਸ਼ਨ ਨਹੀਂ ਲੈਣੀ, ਚਿੰਤਾ ਨਹੀਂ ਕਰਨੀ, ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ, ਭਰੋਸਾ ਰੱਖਣਾ ਆਪਣੇ ਮਾਲਿਕ ਤੇ, ਬਸ ਕੋਸ਼ਿਸ਼ ਕਰਨੀ। ਔਰ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਮਾਲਿਕ ਜੇ ਮੇਰੇ ਨਾਲ ਹੈ ਤਾਂ ਮੈਨੂੰ ਹਰ ਮੁਸ਼ਕਿਲ ਚੋਂ ਬਚਾਏਗਾ ਵੀ। ਇਸ ਲਈ ਇੱਕ ਇਹ ਪੁਆਇੰਟ ਵੀ ਆਪਣੇ ਦਿਲੋਂ ਦਿਮਾਗ 'ਚ ਯਾਦ ਰੱਖਣਾ ਕਿ ਉਸ ਮਾਲਿਕ ਤੇ ਵਿਸ਼ਵਾਸ ਰੱਖਣਾ ਕਿ ਮੇਰੇ ਮਾਲਿਕ ਦੇ ਕੋਲ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਦੀ, ਹਰ ਮੁਸ਼ਕਿਲ ਚੋਂ ਕੱਢਣ ਦੀ ਸ਼ਕਤੀ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰਾ ਮਾਲਿਕ ਮੈਨੂੰ ਹਰ ਮੁਸ਼ਕਿਲ ਤੋਂ ਜ਼ਰੂਰ ਬਚਾਏਗਾ। ਇਹ ਵਿਸ਼ਵਾਸ ਰੱਖੋ ਆਪਣੇ ਅੰਦਰ। ਫਿਰ ਜੀਵਨ 'ਚ ਜੇ ਕਮੀ ਵੀ ਹੋਵੇ ਤਾਂ ਹੌਲੀ ਹੌਲੀ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ। ਔਰ ਜਿੱਦਾਂ ਵਿਵੇਕਾਨੰਦ ਜੀ ਦੀ ਗੱਲ ਨੇ ਜੀਵਨ ਬਦਲ ਦਿੱਤਾ ਕਿ ਜਿਤਨਾ ਜਾਊਂਗਾ ਉਤਨਾ ਜ਼ਿਆਦਾ ਪਾਊਂਗਾ। ਬਸ ਤੁਸੀਂ ਵੀ ਆਪਣੇ ਜੀਵਨ 'ਚ ਲਾਗੂ ਕਰਨਾ ਕਿ ਜਦੋਂ ਵੀ ਮੌਕਾ ਮਿਲੇ ਸਤਸੰਗ 'ਚ ਜ਼ਰੂਰ ਜਾਈਏ, ਕਿਉਂਕਿ ਜਿੰਨਾ ਜਾਵਾਂਗੇ ਉਨਾ ਜ਼ਿਆਦਾ ਪਾਵਾਂਗੇ। ਔਰ ਪਾਣਾ ਤਾਂ ਹਰ ਕੋਈ ਜ਼ਿਆਦਾ ਹੀ ਚਾਹੁੰਦਾ ਹੈ, ਚਾਹੁੰਦੇ ਹੋ ਕਿ ਨਹੀਂ? ਹਰ ਕੋਈ ਚਾਹੁੰਦਾ ਨਾ ਕਿ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ। ਇਸ ਲਈ ਜਦੋਂ ਮੌਕਾ ਮਿਲੇ ਜ਼ਰੂਰ ਆਓ, ਜ਼ਰੂਰ ਪਹੁੰਚੋ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਮਾਲਿਕ ਬਲ ਬਖਸ਼ਣ। ਔਰ ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰਨ। ਔਰ ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਿਕ ਖੁਸ਼ੀਆਂ ਨਾਲ ਭਰਪੂਰ ਕਰਨ। ਔਰ ਇੰਨੀ ਰਹਿਮਤ ਕਰਨ ਕਿ ਤੁਹਾਡੇ ਅੰਦਰ ਦੀ ਵੀ ਸਫਾਈ ਹੋ ਸਕੇ, ਤਾਂ ਕਿ ਤੁਸੀਂ ਵੀ ਆਪਣੇ ਅੰਦਰ ਬੈਠੇ ਦਿਲਦਾਰ ਦਾ ਦਰਸ਼ਨ ਕਰਕੇ ਆਪਣਾ ਜੀਵਨ, ਆਪਣਾ ਜਨਮ ਸਫਲ ਬਣਾ ਸਕੋ। ਔਰ ਅੱਜ ਜਿੰਨੇ ਵੀ ਜੀਵ ਉਸ ਮਾਲਿਕ ਦੇ ਚਰਨਾਂ 'ਚ ਆਏ ਹੈ, ਮਾਲਿਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ, ਨਾਮ ਜਪਣ ਦੀ, ਸੇਵਾ ਸਿਮਰਨ ਕਰਨ ਦੀ, ਨੇਕ ਕਰਮ ਕਰਨ ਦੀ, ਨੇਕੀਆਂ ਕਰਨ ਦੀ ਮਾਲਿਕ ਤਾਕਤ ਦੇਵੇ। ਔਰ ਤੁਹਾਡੇ ਸਭ ਦੇ ਅੰਦਰ ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਪੈਦਾ ਹੋ ਜਾਵੇ, ਤਾਂ ਕਿ ਆਉਣ ਵਾਲਾ ਹਰ ਪਲ, ਹਰ ਘੜੀ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰੀ ਹੋਵੇ। ਔਰ ਅੱਜ ਜਿੰਨੇ ਵੀ ਜੀਵ ਉਸ ਮਾਲਿਕ ਦੇ ਘਰ 'ਚ ਹਾਜ਼ਰੀ ਲਗਾ ਰਹੇ ਹੈ, ਮਾਲਿਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਜਿਹੜੇ ਜੀਵ ਉਸ ਮਾਲਿਕ ਦੇ ਨਾਮ ਦੀਆਂ ਨਿਆਜ਼ਾਂ ਲੈ ਕੇ ਆਏ ਹੈ, ਮਾਲਿਕ ਉਹਨਾਂ ਦੀ ਨਿਆਜ਼ਾਂ ਵੀ ਕਬੂਲ ਕਰਨ। ਔਰ ਜਿਸ ਭਾਵਨਾ ਨਾਲ ਉਹ ਨਿਆਜ਼ ਲੈ ਕੇ ਆਏ ਹੈ, ਮਾਲਿਕ ਉਹਨਾਂ ਦੀ ਭਾਵਨਾ, ਉਹਨਾਂ ਦੀ ਕਾਮਨਾ ਪੂਰੀ ਕਰਨ। ਔਰ ਜਿਹੜੇ ਜੀਵ ਖੁਸ਼ੀ ਦੀ ਨਿਆਜ਼ ਲੈ ਕੇ ਆਏ ਹੈ, ਮਾਲਿਕ ਉਹਨਾਂ ਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ। ਔਰ ਇੰਨੀਆਂ ਖੁਸ਼ੀਆਂ ਉਹਨਾਂ ਦੀ ਝੋਲੀ 'ਚ ਪਾ ਦੇਣ ਕਿ ਉਹਨਾਂ ਨੂੰ ਫਰਿਆਦਾਂ ਕਰਨ ਦੀ, ਮੰਗਣ ਦੀ ਵੀ ਜ਼ਰੂਰਤ ਨਾ ਪਵੇ। ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਮਾਲਿਕ ਉਹਨਾਂ ਦੀਆਂ ਕੰਮਾਂ ਕਾਰਾਂ 'ਚ ਵੀ ਬਰਕਤਾਂ ਪਾਉਣ, ਉਹਨਾਂ ਨੂੰ ਵੀ ਰਿਜ਼ਕ 'ਚ ਬੜੋਤਰੀ ਦੇਣ, ਤਾਂ ਕਿ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਕੇ ਉਹ ਮਾਲਿਕ ਦੀਆਂ ਰਹਿਮਤਾਂ ਹਾਸਲ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਰਹਿਣ। ਔਰ ਸਦਾ ਸਾਰੇ ਜੀਵ ਤੁਸੀਂ ਹੱਸਦੇ, ਮੁਸਕਰਾਉਂਦੇ, ਖੁਸ਼ ਰਹੋ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਤੰਦਰੁਸਤੀ, ਖੁਸ਼ੀਆਂ, ਰਹਿਮਤਾਂ, ਬਰਕਤਾਂ ਭਰਿਆ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ स्वीकार करो। जय मालिका दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें। और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय मालिका दी।